सत श्री अकाल दोस्तों, वेलकम टू पंजाब जॉब्स अकैडमी। पंजाब जॉब्स अकैडमी ਦੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅਸੀਂ ਲੈ ਕੇ ਆਏ ਹਾਂ ਪੋਲਿਟੀ ਦੀ ਪਹਿਲੀ ਕਲਾਸ, ਜੋ ਕਿ ਪਿਛਲੇ 5 ਸਾਲਾਂ ਦੇ ਐਗਜ਼ਾਮ ਦੇ ਵਿੱਚ ਜੋ ਵੀ ਪੋਲਿਟੀ ਦੇ ਕੁਐਸਚਨ ਆਏ ਨੇ ਉਹਨਾਂ ਦਾ ਕੰਬੀਨੇਸ਼ਨ, ਔਰ ਆਉਣ ਵਾਲੇ ਐਗਜ਼ਾਮ ਦੇ ਵਿੱਚ ਜਿੰਨੇ ਵੀ ਪੋਲਿਟੀ ਤੋਂ ਕੁਐਸਚਨ ਬਣ ਸਕਦੇ ਨੇ ਉਹਨਾਂ ਨੂੰ ਅਸੀਂ ਲੈ ਕੇ ਆਏ ਹਾਂ। ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਪਹਿਲੀ ਕਲਾਸ। ਔਰ ਮੈਂ ਇੱਥੇ ਦੱਸਣਾ ਚਾਹੁੰਦਾ, ਮੈਂ ਇੱਕ ਕੁਐਸਚਨ ਦੇ ਨਾਲ ਕਰੀਬ 7-8 ਪੁਆਇੰਟ ਐਡ ਕੀਤੇ ਨੇ। ਸੋ ਤੁਸੀਂ ਕੋਸ਼ਿਸ਼ ਕਰਿਓ ਕਿ ਆਪਣੀ ਪੈਨ ਔਰ ਕਾਪੀ ਨਾਲ ਲੈ ਕੇ ਬੈਠੇ ਹੋ ਤਾਂ ਕਿ ਤੁਸੀਂ ਉਹਨਾਂ ਦਾ ਨੋਟਸ ਬਣਾ ਸਕੋ, ਕਿਉਂਕਿ ਅਗਰ ਤੁਸੀਂ ਪੈਨ ਔਰ ਕਾਪੀ ਕੋਲ ਲੈ ਕੇ ਨਹੀਂ ਬੈਠਦੇ ਤਾਂ ਸ਼ਾਇਦ ਤੁਹਾਨੂੰ ਇਹ ਵੀਡੀਓ ਦੇਖਣ ਦੇ ਵਿੱਚ ਥੋੜ੍ਹੀ ਬਹੁਤੀ ਪ੍ਰੋਬਲਮ ਆ ਸਕਦੀ ਹੈ। ਠੀਕ ਹੈ ਜੀ, ਓਕੇ, ਚਲੋ ਸ਼ੁਰੂ ਕਰਦੇ ਹਾਂ। ਭਾਰਤੀ ਸੰਵਿਧਾਨ ਵਿੱਚ ਸੰਸਦੀ ਪ੍ਰਣਾਲੀ ਕਿੱਥੋਂ ਲਈ ਗਈ ਹੈ? ਇਹਦਾ ਸਹੀ ਜਵਾਬ ਹੈ ਬ੍ਰਿਟੇਨ। ਚਲੋ ਬਾਕੀ ਜੋ ਮੈਂ ਨਾਮ ਇੱਥੇ 7 ਹੋਰ ਐਡ ਕੀਤੇ ਨੇ ਤਾਂ ਇਹਨਾਂ ਬਾਰੇ ਮੈਂ ਦੱਸਦਾ ਨਾਮ, ਜਿਵੇਂ ਆਇਰਲੈਂਡ ਤੋਂ ਅਸੀਂ ਜੋ ਆਪਣੇ ਰਾਜਨੀਤੀ ਨਿਰਦੇਸ਼ਕ ਤੱਤ ਹੁੰਦੇ ਨੇ ਉਹ ਅਸੀਂ ਉੱਥੋਂ ਅਡੋਪਟ ਕੀਤੇ ਨੇ। ਆਇਰਲੈਂਡ ਤੋਂ ਮੈਂ ਲੈਂਡ ਤੋਂ ਸ਼ੁਰੂ ਕਰਦਾ, ਮਤਲਬ ਕੋਈ ਵੀ ਅਸੀਂ ਨੀਤੀ ਬਣਾਉਣੀ ਤਾਂ ਅਸੀਂ ਧਰਤੀ ਤੋਂ ਸ਼ੁਰੂ ਕਰਨਾ ਚਾਹੀਦਾ, ਸਾਨੂੰ ਨੀਵੇਂ ਰਹਿ ਕੇ ਅਸੀਂ ਉੱਪਰ ਤੱਕ ਸਾਨੂੰ ਜਾਣਾ ਚਾਹੀਦਾ। ਔਰ ਨੰਬਰ 2 ਤੇ ਬ੍ਰਿਟੇਨ ਦੇ ਵਿੱਚ ਜਿਵੇਂ ਕੈਬਨਿਟ ਲੋਕਤੰਤਰੀ ਪ੍ਰਣਾਲੀ ਹੋ ਗਿਆ ਆਪਣਾ, ਔਰ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਦੇ ਰਿਗਾਰਡਿੰਗ ਜੋ ਵੀ ਕੁਝ ਆ ਉਹ ਅਸੀਂ ਬ੍ਰਿਟੇਨ ਤੋਂ ਹਾਸਿਲ ਕੀਤਾ ਹੈ। ਉਸ ਤੋਂ ਅੱਗੇ ਨੰਬਰ 3 ਦੇ ਵਿੱਚ ਦੇਖਿਆ ਜਾਵੇ ਅਮਰੀਕਾ ਤੋਂ ਅਸੀਂ ਪ੍ਰੀਐਂਬਲ ਜੋ ਆਪਣੀ ਪ੍ਰਸਤਾਵਨਾ ਹੁੰਦੀ ਹੈ, ਪ੍ਰਸਤਾਵਨਾ ਦੇ ਰਿਗਾਰਡਿੰਗ ਮੈਂ ਦੱਸਣਾ ਚਾਹੁੰਦਾ। ਹੋਰ ਪ੍ਰਸਤਾਵਨਾ ਦੇ ਵਿੱਚ ਭਾਰਤ ਸ਼ਬਦ ਹੈ ਜੋ ਉਹ 2 ਵਾਰੀ ਆਉਂਦਾ ਹੈ, ਕਿ ਜਿਵੇਂ ਬੋਲਿਆ ਜਾਂਦਾ ਹੈ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ। ਅੱਗੇ ਚਲੋ ਪ੍ਰਸਤਾਵਨਾ ਤੁਸੀਂ ਪੜ੍ਹੀ ਹੋਣੀ, ਇਸ ਲਈ ਇਹ ਕੁਐਸਚਨ ਵੀ ਅਕਸਰ ਪੁੱਛਿਆ ਜਾਂਦਾ ਕਿ ਪ੍ਰਸਤਾਵਨਾ ਦੇ ਵਿੱਚ ਭਾਰਤ ਸ਼ਬਦ ਕਿੰਨੀ ਵਾਰ ਆਉਂਦਾ ਹੈ, ਤਾਂ ਇਸ ਦਾ ਸਹੀ ਜਵਾਬ ਹੈ 2 ਵਾਰ। ਭਾਰਤ ਸ਼ਬਦ ਪ੍ਰਸਤਾਵਨਾ ਵਿੱਚ 2 ਵਾਰ ਆਉਂਦਾ ਹੈ। ਚਲੋ ਅੱਗੇ ਦੱਸਦਾ ਮੈਂ, ਅਮਰੀਕਾ ਤੋਂ ਆਪਾਂ ਮੌਲਿਕ ਅਧਿਕਾਰ ਲਏ ਨੇ। ਮੌਲਿਕ ਅਧਿਕਾਰ ਸਾਰੇ ਪੜ੍ਹਨੇ ਬਹੁਤ ਜ਼ਰੂਰੀ ਨੇ, ਇਹਨਾਂ ਦੇ ਬਾਰੇ ਮੈਂ ਡੀਪਲੀ ਨਹੀਂ ਦੱਸ ਸਕਦਾ ਤੁਹਾਨੂੰ। ਸੋ ਖੁਦ ਇਹਨਾਂ ਦੇ ਤੁਸੀਂ ਆਪਣਾ ਨੋਟਸ ਬਣਾ ਕੇ ਅਤੇ ਇਹਨਾਂ ਦੀ ਤਿਆਰੀ ਤੁਸੀਂ ਵਧੀਆ ਤਰੀਕੇ ਨਾਲ ਕਰੋ। ਔਰ ਉਸ ਤੋਂ ਬਾਅਦ ਜੁਡੀਸ਼ੀਅਲ ਰਿਵਿਊ ਹੁੰਦਾ ਜਿਹੜਾ ਆਪਣਾ, ਉਹ ਵੀ ਆਪਾਂ ਅਮਰੀਕਾ ਤੋਂ ਲਿਆਏ। ਨੰਬਰ ਅੱਗੇ 4 ਦੇ ਨੋਟ ਕਰਦੇ ਆਪਾਂ, ਜਰਮਨੀ ਤੋਂ ਆ ਗਿਆ ਫੰਡਾਮੈਂਟਲ ਜੋ ਆਪਣਾ ਫੰਡਾਮੈਂਟਲ ਰਾਈਟਸ ਹੁੰਦੇ ਨੇ ਉਹਨਾਂ ਦਾ ਜਦੋਂ ਐਮਰਜੈਂਸੀ ਹੁੰਦੀ ਆ ਉਹਦੇ 'ਚ ਉਹ ਖਤਮ ਹੋ ਜਾਂਦੇ ਨੇ, ਉਹਨਾਂ 'ਤੇ ਰੋਕ ਲਗਾ ਦਿੱਤੀ ਜਾਂਦੀ ਆ। ਉਹ ਜਿਹੜਾ ਸਿਸਟਮ ਆ ਸਾਰਾ ਉਹ ਅਸੀਂ ਜਰਮਨੀ ਤੋਂ ਲਿਆਏ। ਔਰ ਕੁਝ ਕੁ ਫੰਡਾਮੈਂਟਲ ਰਾਈਟ ਕੀ ਨੇ, ਸਿਕਿਉਰਿਟੀ ਦੇ ਪੱਖ ਤੋਂ ਵੀ ਉਹਨਾਂ ਦੇ ਉੱਪਰ ਰੋਕ ਲਗਾ ਦਿੱਤੀ ਜਾਂਦੀ ਆ। ਚਲੋ ਅੱਗੇ ਆ ਗਿਆ ਆਪਣਾ ਨੰਬਰ 5 USSR ਜਾਂ ਰੂਸ, ਜਿਵੇਂ 5 ਈਅਰ ਪਲਾਨ ਹੋ ਗਏ। ਔਰ ਮੌਲਿਕ ਕਰਤੱਵ ਬਾਰੇ ਮੈਂ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਦੱਸਿਆ ਸੀ। ਇਹ ਇਹਨਾਂ ਦੀ ਟੋਟਲ ਸੰਖਿਆ 11 ਹੁੰਦੀ ਹੈ। ਇਹ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ, ਸੋ ਨੋਟ ਕਰ ਲਿਓ। FYP ਨੇ ਜੋ 5 ਈਅਰ ਪਲਾਨ ਨੇ ਉਹ ਕਦੋਂ ਸ਼ੁਰੂ ਹੋਏ, ਕੀ ਹੋਇਆ ਉਹਨਾਂ ਦੇ ਵਿੱਚ ਸਾਰਾ, ਉਹਦੇ ਬਾਰੇ ਮੈਂ ਅੱਗੇ ਤੁਹਾਨੂੰ ਡਿਟੇਲ ਦੇ ਵਿੱਚ ਦੱਸੂੰਗਾ। ਨੰਬਰ 6 ਦੇ ਉੱਪਰ ਆ ਗਿਆ ਸਾਊਥ ਅਫਰੀਕਾ, ਜਿਵੇਂ ਅਫਰੀਕਾ ਨੂੰ ਆਪਾਂ ਬਲੈਕ ਕੌਂਟੀਨੈਂਟ ਵੀ ਕਹਿੰਦੇ ਹਾਂ, ਕਾਲਾ ਮਹਾਦੀਪ। ਔਰ ਉਸ ਤੋਂ ਬਾਅਦ ਅੱਗੇ ਅਗਰ ਇਸ ਨੂੰ ਯਾਦ ਕਰਨ ਦਾ ਤਰੀਕਾ ਕਿ ਅਫਰੀਕਾ ਇੱਕ ਬਲੈਕ ਕੌਂਟੀਨੈਂਟ ਆ, ਸੋ ਉੱਥੇ ਸ਼ੋਧ ਵਗੈਰਾ ਚੱਲਦੀ ਰਹਿੰਦੀ ਆ ਕਿ ਨਵਾਂ ਕੁਝ ਜਾਣਕਾਰੀ ਉੱਥੇ ਮਿਲੇ, ਇਹਦੇ ਬਾਰੇ ਸ਼ੋਧਾਂ ਚੱਲਦੀਆਂ ਰਹਿੰਦੀਆਂ ਨੇ। ਇਹਨੂੰ ਯਾਦ ਕਰਨ ਦਾ ਤਰੀਕਾ ਕੀ ਆ? ਦੱਖਣੀ ਅਫਰੀਕਾ ਦਾ ਕੀ ਆ? ਸੰਵਿਧਾਨਕ ਸ਼ੋਧ ਬਾਰੇ ਮੈਂ ਦੱਸਣਾ ਚਾਹੁੰਦਾ। 368 ਮਤਲਬ 368 ਨੰਬਰ ਜੋ ਆਰਟੀਕਲ ਆ ਉਹ ਆਪਣਾ ਕੌਂਸਟੀਟਿਊਸ਼ਨ ਅਮੈਂਡਮੈਂਟ ਦੇ ਰਿਗਾਰਡਿੰਗ ਹੈ, ਇਹ ਨੋਟ ਕਰ ਲਿਓ ਤੁਸੀਂ। ਅੱਗੇ 7ਵਾਂ ਆ ਗਿਆ ਆਸਟ੍ਰੇਲੀਆ ਦੇ ਵਿੱਚ, ਜਿਵੇਂ ਆਸਟ੍ਰੇਲੀਆ ਆਪਣੇ ਬਰਾਬਰ ਇੰਡੀਆ ਦੇ ਥੋੜ੍ਹਾ ਬਰਾਬਰ ਜੇ ਪੈਂਦਾ। ਸੋ ਅਗਰ ਦੇਖਿਆ ਜਾਵੇ ਸਮ ਮਤਲਬ ਬਰਾਬਰ ਹੋ ਗਿਆ, ਸਮਵਰਤੀ ਸੂਚੀ ਹੋ ਗਈ ਆਪਣੀ, ਕੌਨਕਰੈਂਟ ਲਿਸਟ ਹੋ ਗਈ ਆਪਣੀ। ਔਰ ਸੰਵਿਧਾਨ ਦੀ 7ਵੀਂ ਅਨੁਸੂਚੀ ਦੇ ਵਿੱਚ ਹੀ ਇਸ ਦਾ ਜ਼ਿਕਰ ਹੈ, ਇਹ ਵੀ ਨੋਟ ਕਰ ਲਿਓ। ਔਰ ਉਸ ਤੋਂ ਬਾਅਦ ਜੁਆਇੰਟ ਸੀਟਿੰਗ, ਸਾਡੇ ਸਮ ਮਤਲਬ ਬਰਾਬਰ ਆ ਤਾਂ ਸਾਡੇ ਜੁਆਇੰਟ ਸੀਟਿੰਗ ਵੀ ਹੋ ਸਕਦੀ ਹੈ, ਮਤਲਬ ਬਰਾਬਰ ਬੈਠੂਗਾ ਬੰਦਾ ਕੋਈ ਵੀ ਆ। ਤਾਂ ਆਸਟ੍ਰੇਲੀਆ ਨੂੰ ਅਸੀਂ ਇਸ ਤਰੀਕੇ ਨਾਲ ਯਾਦ ਕਰ ਸਕਦੇ ਹਾਂ। ਜੁਆਇੰਟ ਸੀਟਿੰਗ ਦਾ ਮਤਲਬ ਇੱਥੇ ਜੋ ਆਪਣੀ 108 ਆਰਟੀਕਲ ਆਪਣਾ ਜੁਆਇੰਟ ਸੀਟਿੰਗ ਦੇ ਰਿਗਾਰਡਿੰਗ ਹੈ। ਚਲੋ ਅੱਗੇ ਆਪਾਂ ਕੁਐਸਚਨ 'ਤੇ ਦੂਜੇ 'ਤੇ ਆਉਂਦੇ। ਪੰਜਾਬ ਵਿੱਚ ਕਿੰਨੇ ਪ੍ਰਕਾਰ ਦੀ ਪੰਚਾਇਤੀ ਸਿਸਟਮ ਹੈ? ਇਸਦਾ ਸਹੀ ਜਵਾਬ ਹੈ ਨੰਬਰ 3 ਪ੍ਰਕਾਰ ਦੀ ਪੰਚਾਇਤੀ ਸਿਸਟਮ ਪੰਜਾਬ ਦੇ ਵਿੱਚ ਆ। ਨੰਬਰ 1 ਦੇ ਆਪਾਂ ਦੇਖਦੇ ਹਾਂ ਗ੍ਰਾਮ ਪੰਚਾਇਤ ਹੋ ਜਾਂਦੀ ਆ, ਫਿਰ ਉਸ ਤੋਂ ਬਾਅਦ ਪੰਚਾਇਤ ਸੰਮਤੀ, ਫਿਰ ਜ਼ਿਲ੍ਹਾ ਪਰਿਸ਼ਦ ਆ ਜਾਂਦੀ ਹੈ, ਜ਼ਿਲ੍ਹਾ ਲੈਵਲ 'ਤੇ ਆ ਜਾਂਦੀਆਂ ਨੇ। ਸੋ ਇਹ ਪੁਆਇੰਟ ਤੁਸੀਂ ਨੋਟ ਕਰ ਲਿਓ। ਔਰ ਉਸ ਤੋਂ ਬਾਅਦ ਅੱਗੇ ਆ ਗਿਆ ਕੁਐਸਚਨ, ਭਾਰਤ ਦੇ ਪਹਿਲੇ ਮੁੱਖ ਇਲੈਕਸ਼ਨ ਕਮਿਸ਼ਨਰ ਕੌਣ ਸਨ? ਇਹਦਾ ਸਹੀ ਜਵਾਬ ਹੈ ਸੁਕੁਮਾਰ ਸੇਨ ਜੀ ਭਾਰਤ ਦੇ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਸਨ। ਸੋ ਪੁਆਇੰਟ ਯਾਦ ਕਰ ਲਿਓ। ਚੰਦਰਚੂੜ ਜੀ ਬਾਰੇ ਇੱਥੇ ਮੈਂ ਦੱਸਣਾ ਚਾਹੁੰਦਾ, ਤੁਹਾਨੂੰ ਦੱਸਿਆ ਸੀ ਪਿਛਲੀ ਕਲਾਸ ਦੇ ਵਿੱਚ ਵੀ। ਚੰਦਰਚੂੜ ਜੀ ਕੀ ਨੇ? ਆਪਣੇ ਭਾਰਤ ਦੇ ਇਸ ਟਾਈਮ CJI 50ਵੇਂ ਨੰਬਰ ਦੇ ਚੀਫ ਜਸਟਿਸ ਆਫ ਇੰਡੀਆ ਨੇ। ਇਹਨਾਂ ਨੇ UU ਲਲਿਤ ਨੂੰ ਇਹਨਾਂ ਨੇ ਰਿਪਲੇਸ ਕੀਤਾ ਸੀ। 49ਵੇਂ ਕੌਣ ਸੀ? UU ਲਲਿਤ, ਉਹਨਾਂ ਦੇ ਨਾਮ 'ਤੇ ਹੁਣ ਕੌਣ ਆਏ? ਚੰਦਰਚੂੜ ਜੀ ਨੇ।
ਔਰ ਉਸ ਤੋਂ ਅੱਗੇ ਆ ਗਿਆ ਆਪਣਾ ਅਸ਼ੋਕ ਕੁਮਾਰ ਸੇਨ ਜੀ ਬਾਰੇ ਮੈਂ ਤੁਹਾਨੂੰ ਦੱਸਤਾ। ਔਰ ਪਹਿਲੇ ਜਦੋਂ ਆਮ ਚੁਣਾਵ ਜਦੋਂ ਭਾਰਤ ਆਜ਼ਾਦ ਹੋਇਆ ਸੀ 1947 ਦੇ ਵਿੱਚ, ਤਾਂ ਉਸ ਤੋਂ ਬਾਅਦ ਮਤਲਬ ਆਪਣਾ 2 ਸਾਲ 11 ਮਹੀਨੇ 18 ਦਿਨ ਸੰਵਿਧਾਨ ਬਣਾਉਣ ਨੂੰ ਲੱਗੇ। ਤੁਹਾਨੂੰ ਪਤਾ ਹੀ ਹੋਣਾ ਸਾਰਾ ਕੁਝ, ਇਹ ਤਾਂ ਛੋਟੇ ਕਲਾਸਾਂ ਦੇ ਵਿੱਚ ਅਸੀਂ ਪੜ੍ਹਿਆ। ਔਰ ਉਸ ਤੋਂ ਬਾਅਦ ਕੀ ਹੋਇਆ, ਜਦੋਂ ਭਾਰਤ ਨੇ ਆਪਣਾ ਸੰਵਿਧਾਨ ਬਣਾ ਲਿਆ ਤਾਂ ਪੂਰੇ ਸੰਸਾਰ ਦੀਆਂ ਨਜ਼ਰਾਂ ਭਾਰਤ ਦੇ ਉੱਪਰ ਸੀ, ਕਿਉਂਕਿ ਭਾਰਤ ਦੇ ਵਿੱਚ ਗਰੀਬੀ ਔਰ ਅਨਪੜ੍ਹਤਾ ਦਾ ਬਹੁਤ ਮਤਲਬ ਜ਼ਿਆਦਾ ਸੀ। ਹਰ ਕਰੀਬ 10 ਬੰਦੇ ਅਨਪੜ੍ਹ ਤਾਂ ਇੱਕ ਮਤਲਬ ਬੰਦਾ ਉਹਦੇ ਵਿੱਚ ਪੜ੍ਹਿਆ ਲਿਖਿਆ ਹੈਗਾ ਸੀ। ਸੋ ਉਸ ਤੋਂ ਬਾਅਦ ਕੀ ਹੈ, ਪਹਿਲੇ ਆਮ ਚੁਣਾਵ ਜੋ ਆਮ ਜਨਰਲ ਇਲੈਕਸ਼ਨ ਬੋਲਦੇ ਆਪਾਂ, ਲੋਕ ਸਭਾ ਦੇ ਬੋਲਦੇ ਆ ਉਹਨਾਂ ਨੂੰ, 1951 ਅਤੇ 1952 ਦੇ ਵਿੱਚ ਹੋਏ। ਜਦੋਂ ਇਹ ਇਲੈਕਸ਼ਨ ਹੋਏ ਤਾਂ ਉਸ ਤੋਂ ਬਾਅਦ, ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜੋ ਇਹ ਪਹਿਲੀਆਂ ਵੋਟਾਂ ਸਭ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਹੀ ਸ਼ੁਰੂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਜਨਰਲ ਇਲੈਕਸ਼ਨ ਕਿੱਥੇ ਸ਼ੁਰੂ ਹੋਏ ਸੀ, ਹਿਮਾਚਲ ਦੇ ਵਿੱਚ ਸ਼ੁਰੂ ਹੋਏ ਸੀ। ਔਰ ਲੋਕ ਸਭਾ ਦੀਆਂ ਟੋਟਲ ਉਸ ਟਾਈਮ ਸੀਟ ਸੀ ਉਹ 489 ਸੀ। ਉਹਦੇ ਵਿੱਚੋਂ 364 ਕਾਂਗਰਸ ਨੇ ਜਿੱਤੀ। ਔਰ ਪਹਿਲੇ ਪ੍ਰਧਾਨ ਮੰਤਰੀ ਤੁਹਾਨੂੰ ਪਤਾ ਹੀ ਹੋਣਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਬਣਾਇਆ ਗਿਆ ਸੀ। ਜੋ ਉਸ ਤੋਂ ਬਾਅਦ ਅੱਗੇ ਆ ਗਿਆ ਇੱਕ ਉਸੇ ਟਾਈਮ ਇਹਨਾਂ ਨੇ ਇੱਕ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕੀ ਇੱਕ ਆਪਣਾ ਕਮਿਊਨਿਟੀ ਡਿਵੈਲਪਮੈਂਟ ਪਲਾਨ ਜੋ 1952 ਵਿੱਚ ਇੱਕ ਸ਼ੁਰੂ ਕੀਤਾ ਸੀ, CDP ਆਪਾਂ ਇਹਨੂੰ ਬੋਲਦੇ ਹਾਂ, ਸੋ ਨੋਟ ਕਰ ਲਿਓ ਵੀ। ਔਰ ਉਸ ਤੋਂ ਅੱਗੇ ਅਗਲਾ ਕੁਐਸਚਨ ਮੈਂ ਤੁਹਾਨੂੰ ਦੱਸਦਾ ਇਹਦੇ ਰਿਗਾਰਡਿੰਗ ਇੰਟਰਲਿੰਕਿੰਗ ਕੀਤੇ ਨੇ ਇੱਕ ਦੂਜੇ ਨਾਲ ਕੁਐਸਚਨ। ਦੇਖੋ 1952 ਦੇ ਵਿੱਚ ਜਦੋਂ ਇਸ CDP ਸ਼ੁਰੂ ਕੀਤਾ ਸੀ ਇਹਨਾਂ ਨੇ, ਮਤਲਬ ਸਮੁਦਾਇਕ ਵਿਕਾਸ ਪ੍ਰੋਗਰਾਮ, ਤਾਂ ਉਸ ਤੋਂ ਬਾਅਦ ਜਦੋਂ ਇਹ ਅਸਫਲ ਹੋਇਆ ਤਾਂ ਅੱਗੇ ਪੰਚਾਇਤੀ ਰਾਜ ਦਾ ਜੋ ਵੀ ਗੱਲਬਾਤ ਪਾਊਗੀ ਉਹਦੇ ਬਾਰੇ ਆਪ ਦੇਖੋ। ਪੰਚਾਇਤੀ ਰਾਜ ਦੇ ਪਿਤਾ ਕੌਣ ਨੇ, ਤੁਸੀਂ ਆਪਸ਼ਨਾਂ ਦੇਖ ਲਿਓ ਅਗਰ ਖੁਦ ਕਰ ਸਕਦੇ ਹੋ। ਦੇਖੋ 6 ਮੈਂ ਇੱਥੇ ਨਾਮ ਦਿੱਤੇ ਗਏ ਨੇ। ਇਸ ਦਾ ਸਹੀ ਜਵਾਬ ਹੈ ਬਲਵੰਤ ਰਾਏ ਮਹਿਤਾ। ਜੋ ਕਮੇਟੀ ਬਣੀ ਸੀ ਉਹਨੂੰ ਪੰਚਾਇਤੀ ਰਾਜ ਦੇ ਜਨਕ ਵੀ ਕਿਹਾ ਜਾਂਦਾ, ਠੀਕ ਹੈ ਜੀ, ਨੋਟ ਕਰ ਲਓ। ਔਰ ਨੰਬਰ 2 ਤੇ ਆ ਗਿਆ ਕੋਠਾਰੀ ਕਮੇਟੀ ਸੀ ਜੋ ਇਹਦੇ ਆਪਣਾ ਕੀ ਹੈ, ਇਹ ਸਿੱਖਿਆ ਦੇ ਰਿਗਾਰਡਿੰਗ ਬਣੀ ਸੀ। ਨੰਬਰ 3 ਤੇ ਸਰਕਾਰੀਆ ਕਮੇਟੀ ਜੋ ਸੀ, ਇੱਕ ਸਰਕਾਰੀਆ ਕੀ ਕਮੇਟੀ ਆ, ਇਹ ਜੋ ਕੇਂਦਰ ਤੇ ਰਾਜ ਦੇ ਸੰਬੰਧ ਹੁੰਦੇ ਨੇ ਉਹਦੇ ਰਿਗਾਰਡਿੰਗ ਬਣੀ ਸੀ। ਜੋ ਸ਼ਿਵਾ ਰਮਨ ਕਮੇਟੀ ਆ ਇਹ ਬਣੀ ਸੀ ਆਪਣੀ ਨਬਾਰਡ 1982। ਨੈਸ਼ਨਲ ਬੈਂਕ ਫੋਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, ਇਹਦੀ ਫੁੱਲ ਫਾਰਮ ਵੀ ਤੁਸੀਂ ਯਾਦ ਕਰ ਲਿਓ, 1982 ਯਾਦ ਰੱਖਿਓ ਜੀ ਤੁਸੀਂ। ਰਾਧਾ ਕ੍ਰਿਸ਼ਨਨ ਜੋ ਕਮੇਟੀ ਸੀ ਉਹ ਹੁੰਦੀ ਆ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਜੋ ਆਪਣੀ ਹਾਇਰ ਐਜੂਕੇਸ਼ਨ ਹੁੰਦੀ ਆ ਯੂਨੀਵਰਸਿਟੀ ਲੈਵਲ ਵਗੈਰਾ 'ਤੇ, ਉਹਨੂੰ ਜੋ ਵੀ ਗ੍ਰਾਂਟ ਉਹ ਕਰਦਾ ਔਰ ਜੋ ਉਹਨਾਂ ਦੇ ਸਰਟੀਫਿਕੇਟ ਜਾਂ ਮਤਲਬ ਉਸ ਨੂੰ ਕੀ ਕਰਦਾ ਉਹ ਮਤਲਬ ਇਹ ਅਥਾਰਟੀ ਦਿੰਦਾ ਕਿ ਹਾਂ ਤੁਹਾਡੇ ਕੋਲ ਪਰਮਿਸ਼ਨ ਆ, ਤੁਸੀਂ ਇਸ ਨੂੰ ਅੱਗੇ ਮਤਲਬ ਕਰ ਸਕਦੇ ਹੋ, ਕੁਝ ਵੀ ਪੜ੍ਹਾਈ ਵਗੈਰਾ ਕਰਵਾ ਸਕਦੇ ਹੋ। ਉਹ ਕੌਣ ਕਰਦਾ, ਰਾਧਾ ਕ੍ਰਿਸ਼ਨ ਜੀ ਨੇ। ਜੋ ਕਮੇਟੀ ਬਣੀ ਸੀ UGC ਉਹਦੇ ਅੰਡਰ ਆ। ਨਰਸਿਮਾ ਕਮੇਟੀ ਜੋ ਬਣੀ ਸੀ ਇਹ ਬੈਂਕਿੰਗ ਦਾ ਤੁਹਾਨੂੰ ਪਤਾ ਹੀ, ਨੈਸ਼ਨਲਾਈਜੇਸ਼ਨ ਜੋ ਹੋਇਆ ਸੀ ਉਹ 1969 ਦੇ ਕਰੀਬ ਆਪਣਾ ਹੋਇਆ ਸੀ। ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਤਾਂ ਬਿਲਕੁਲ ਈਜੀ ਆ। ਦੇਖੋ ਜੀ, ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ? ਪੰਜਾਬ ਦੀ ਪਹਿਲੀ ਜੋ ਮਹਿਲਾ ਮੁੱਖ ਮੰਤਰੀ ਸੀ, ਸਾਰੇ ਬੱਚਿਆਂ ਨੂੰ ਪਤਾ ਹੋਣਾ ਦਾ ਕੁਐਸਚਨ ਦਾ ਆਨਸਰ ਕੀ ਆ। ਚਲੋ ਬਟ ਮੈਂ ਇਸੇ ਕੁਐਸਚਨ ਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਉਲਝਾਊਂਗਾ। ਦੇਖੋ ਅੱਗੇ ਪਤਾ ਲੱਗ ਜੂਗਾ ਆਪਣੇ ਆਪ ਤੁਹਾਨੂੰ। ਜੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ? ਸਹੀ ਜਵਾਬ ਹੈ ਰਜਿੰਦਰ ਕੌਰ ਭੱਠਲ। ਇੱਥੇ ਮੈਂ ਸੁਰਿੰਦਰ ਕੌਰ ਜੀ ਦਾ ਦੱਸਣਾ ਚਾਹੁੰਦਾ, ਜੋ ਪੰਜਾਬ ਦੀ ਕੋਇਲ ਅਗਰ ਪੁੱਛ ਲਿਆ ਜਾਵੇ, ਪੰਜਾਬ ਦੀ ਕੋਇਲ ਤਾਂ ਸੁਰਿੰਦਰ ਕੌਰ ਜੀ ਨੇ ਉਹ। ਅਤੇ ਉਸ ਤੋਂ ਬਾਅਦ ਅਗਰ ਭਾਰਤ ਦੀ ਪਹਿਲੀ ਮਹਿਲਾ ਪੁੱਛ ਲਿਆ ਜਾਵੇ, ਜੇਲ੍ਹ ਵਾਰਡਨ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ ਕਿ ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ? ਤਾਂ ਇਸ ਦਾ ਸਹੀ ਜਵਾਬ ਹੈ ਸੁਚੇਤਾ ਕ੍ਰਿਪਲਾਨੀ। ਸੁਚੇਤਾ ਕ੍ਰਿਪਲਾਨੀ ਜੀ UP ਦੇ ਪਹਿਲੇ ਮਹਿਲਾ ਮੁੱਖ ਮੰਤਰੀ, ਮਤਲਬ ਆਲ ਓਵਰ ਅਗਰ ਭਾਰਤ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਉਹ ਮਹਿਲਾ ਦੇ ਤੌਰ 'ਤੇ ਪਹਿਲੇ ਮੁੱਖ ਮੰਤਰੀ ਸੀ। ਚਲੋ ਉਸ ਤੋਂ ਬਾਅਦ ਆਰਟੀਕਲ 164 ਜੋ ਹੈ ਤਾਂ ਉਹ ਕੀ ਕਰਦਾ, ਦੱਸਦਾ ਹੈ ਕਿ ਰਾਜਪਾਲ CM ਦੀ ਨਿਯੁਕਤੀ ਕਰੂਗਾ, ਠੀਕ ਹੈ ਜੀ, ਓਕੇ। ਉਸ ਤੋਂ ਬਾਅਦ ਆ ਗਿਆ ਪੰਜਾਬ ਦੇ ਪਹਿਲੇ CM। ਇੱਥੇ ਬੱਚਿਆਂ ਨੂੰ ਇੰਨੀ ਕਨਫਿਊਜ਼ਨ ਹੁੰਦੀ ਹੈ, ਮਤਲਬ ਅਕਸਰ ਲੋਕ ਉਲਝ ਜਾਂਦੇ ਨੇ। ਗੋਪੀ ਲਾਲ, ਧਰਮਵੀਰ ਚੰਦੂ ਲਾਲ, ਕਿਉਂਕਿ ਨਾਮ ਇੰਨੇ ਨੇ ਪਹਿਲਾਂ ਦੇ ਬਾਅਦ ਦੇ। ਸੋ ਅਗਰ ਵੈਸੇ ਤਾਂ ਸਾਡੇ ਕੋਲ ਇਹ ਵੀ ਸੀ ਕਿ ਅਸੀਂ 1947 ਤੋਂ ਪਿੱਛੇ, ਮਤਲਬ ਜਦੋਂ ਪੰਜਾਬ ਬਹੁਤ ਪੁਰਾਣਾ ਸੀ ਉਸ ਟਾਈਮ ਵੀ ਅਸੀਂ CM ਵਗੈਰਾ ਜੋ ਵੀ ਆਪਣਾ ਗਵਰਨਰ ਉਹ ਦੱਸ ਸਕਦੇ ਹਾਂ, ਬਟ ਉੱਥੇ ਜਾਣ ਦੀ ਲੋੜ ਨਹੀਂ। ਹੁਣ ਮੈਂ ਦੱਸਣਾ ਚਾਹੁੰਦਾ 1947 ਤੋਂ ਤੁਸੀਂ ਯਾਦ ਕਰ ਲਓ। ਨੰਬਰ 1 'ਤੇ 1947 ਦੇ ਵਿੱਚ ਪੰਜਾਬ ਦੇ ਪਹਿਲੇ CM, ਇਸ ਦਾ ਜਵਾਬ ਆਊਗਾ ਗੋਪੀ ਚੰਦ ਭਾਰਗਵ, ਠੀਕ ਹੈ ਜੀ।
ਕਿਸੇ ਵੀ ਤਰੀਕੇ ਨਾਲ ਆਪਣੇ ਯਾਦ ਰੱਖੋ। ਮੇਰੇ ਪਿੰਡ ਦੇ ਵਿੱਚ ਜਿਵੇਂ ਗੋਪੀ ਬੰਦਾ, ਬਸ ਮੈਂ ਗੋਪੀ ਚੰਦ ਭਾਰਗਵ ਯਾਦ ਰੱਖਦਾ, ਉਹਦੇ ਨਾਲ ਮੈਂ ਇੱਕ ਬੰਦਾ ਦਿੱਤਾ ਚੰਦੂ ਲਾਲ, ਗੋਪੀ ਨਾਲ ਚੰਦੂ ਦਿੱਤਾ ਮੈਨੇ। ਗੋਪੀ ਲਾਲ ਆਪਣੇ ਪੰਜਾਬ ਦੇ ਪਹਿਲੇ CM ਸੀ, ਔਰ ਉਹਨਾਂ ਦੇ ਨਾਲ ਜੋ ਗਵਰਨਰ ਸੀ ਉਹ ਸੀ ਆਪਣਾ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ। ਠੀਕ ਹੈ ਜੀ, ਹੋ ਗਿਆ ਕਲੀਅਰ। ਉਸ ਤੋਂ ਬਾਅਦ ਔਰ ਇਸੇ ਦੇ ਨਾਲ ਮੈਂ ਕੀ ਅੱਗੇ ਦੱਸਦਾ ਤੁਹਾਨੂੰ, 1966 ਦੇ ਵਿੱਚ ਆ ਜਾਣਾ। 1966 ਦੇ ਵਿੱਚ ਕੀ ਆ ਆਪਣਾ ਪੰਜਾਬ ਦੇ ਜੋ 1966 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੌਣ ਸੀ? ਮੁੱਖ ਮੰਤਰੀ ਪੰਜਾਬ ਦੇ ਉਸ ਟਾਈਮ ਸੀ ਗੁਰਮੁਖ ਸਿੰਘ ਮੁਸਾਫਿਰ, ਯਾਦ ਰੱਖਿਓ। ਔਰ ਉਸ ਟਾਈਮ ਉਹਨਾਂ ਦੇ ਨਾਲ ਜੋ ਗਵਰਨਰ ਸੀ 1966 ਦੇ ਵਿੱਚ ਧਰਮਵੀਰਾ, ਇਹ ਦੋਨੇ ਪੁਆਇੰਟ ਵੀ ਤੁਸੀਂ ਯਾਦ ਰੱਖਿਓ। ਔਰ ਉਸ ਤੋਂ ਬਾਅਦ ਅੱਗੇ ਆ ਗਿਆ ਕੁਐਸਚਨ ਐਗਜ਼ਾਮ ਦੇ ਵਿੱਚ ਆਇਆ ਹੋਇਆ, ਸੋ ਹੋ ਸਕਦਾ ਦੁਬਾਰਾ ਰਿਪੀਟ ਹੋਵੇ। ਪਹਿਲੇ ਗੈਰ ਕਾਂਗਰਸੀ ਮੁੱਖ ਮੰਤਰੀ ਕੌਣ ਸਨ? ਤਾਂ ਇਸ ਦਾ ਸਹੀ ਜਵਾਬ ਹੈ ਜਸਟਿਸ ਗੁਰਨਾਮ ਸਿੰਘ। ਹੋ ਗਿਆ ਕਲੀਅਰ ਜੀ ਉਹਨੂੰ। ਔਰ ਉਸ ਤੋਂ ਬਾਅਦ ਅਗਰ ਪੁੱਛਿਆ ਜਾਵੇ ਸਭ ਤੋਂ ਘੱਟ ਕਿਸ ਗਵਰਨਰ ਦਾ ਮਤਲਬ ਪੰਜਾਬ ਦੇ ਵਿੱਚ ਕਾਰਜਕਾਲ ਰਿਹਾ ਹੈ, ਤਾਂ ਇਸ ਦਾ ਸਹੀ ਜਵਾਬ ਹੈ ਹੇਕਸਾ ਸੇਮਾ। ਇਹ ਨਾਗਾਲੈਂਡ ਦੇ ਨੇ, ਹੇਕਸਾ ਸੇਮਾ। ਤੁਸੀਂ ਆਪਣਾ ਯਾਦ ਕਰ ਲਿਓ। ਪ੍ਰੈਜ਼ੀਡੈਂਟ ਰੂਲ ਪੰਜਾਬ ਦੇ ਵਿੱਚ ਕਿੰਨਾ ਲੱਗਿਆ ਤੁਸੀਂ ਖੁਦ ਇਹ ਦੇਖਣਾ। ਔਰ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ 1966 'ਚ CM ਮੈਂ ਤੁਹਾਨੂੰ ਦੱਸਤਾ, ਠੀਕ ਆ ਜੀ। ਔਰ ਅੱਗੇ ਆ ਗਿਆ ਪਹਿਲੇ ਨੌਨ ਕਾਂਗਰਸੀ CM ਵੀ ਮੈਂ ਤੁਹਾਨੂੰ ਦੱਸਤਾ ਇੱਥੇ। ਔਰ ਉਸ ਤੋਂ ਬਾਅਦ ਇੱਥੇ ਕੁਝ CM, ਹਾਂ ਮੈਂ ਦੱਸਦਾ ਤੁਹਾਨੂੰ ਇੱਕ ਪੈਪਸੂ। ਹੁਣ ਆ ਗਿਆ ਆਪਣਾ ਪੈਪਸੂ। ਆਪਣਾ ਜੋ ਪੈਪਸੂ ਸੀ ਇਹ ਇੱਕ ਅਲੱਗ ਰਾਜ ਸੀ ਉਸ ਟਾਈਮ। ਤਾਂ ਇਹਦੇ ਜੋ ਅਗਰ ਪਹਿਲੇ ਮੁੱਖ ਮੰਤਰੀ ਪੁੱਛਿਆ ਜਾਵੇ, ਯਾਦ ਰੱਖਿਓ ਜੀ ਤੁਸੀਂ, ਮੁੱਖ ਮੰਤਰੀ ਬੋਲ ਰਿਹਾ ਮੈਂ, ਅਗਰ ਪਹਿਲੇ ਮੁੱਖ ਮੰਤਰੀ ਪੁੱਛਿਆ ਜਾਵੇ ਤਾਂ ਉਸਦਾ ਸਹੀ ਜਵਾਬ ਹੈ ਗਿਆਨ ਸਿੰਘ ਰਾੜੇਵਾਲਾ। ਠੀਕ ਆ ਜੀ, ਗਿਆਨ ਸਿੰਘ ਰਾੜੇਵਾਲਾ। ਔਰ ਅਗਰ ਰਾਜ ਪ੍ਰਮੁੱਖ ਪੁੱਛਿਆ ਜਾਵੇ, ਪੈਪਸੂ ਦੇ ਪਹਿਲੇ ਰਾਜ ਪ੍ਰਮੁੱਖ, ਕਨਫਿਊਜ਼ਨ ਨਹੀਂ ਹੋਣੀ ਚਾਹੀਦੀ, ਰਾਜ ਪ੍ਰਮੁੱਖ ਔਰ CM ਅਲੱਗ-ਅਲੱਗ ਨੇ। ਰਾਜ ਪ੍ਰਮੁੱਖ ਪੁੱਛਿਆ ਜਾਵੇ ਤਾਂ ਯਾਦਵਿੰਦਰ ਸਿੰਘ ਇਹਦਾ ਸਹੀ ਜਵਾਬ ਹੈ। ਚਲੋ ਅਗਲਾ ਕੁਐਸਚਨ ਦੇਖਦੇ। ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ? ਦੇਖੋ ਤੁਸੀਂ ਖੁਦ, ਪਿੰਡ ਦੇ ਵਿੱਚ ਆਪਣੇ ਕਿੰਨੇ ਪੰਚ ਹੁੰਦੇ ਨੇ, ਮੈਂਬਰ ਹੁੰਦੇ ਨੇ ਟੋਟਲ, ਇੱਕ ਸਰਪੰਚ ਹੁੰਦਾ, ਟੋਟਲ ਕਿੰਨੇ ਕਰਕੇ ਕਿੰਨੇ ਹੁੰਦੇ ਨੇ? 5 ਤੋਂ 11, 5 ਤੋਂ 13, ਜਿੰਨੇ ਵੀ ਹੁੰਦਾ। ਚਲੋ ਇਸ ਦਾ ਸਹੀ ਜਵਾਬ ਹੈ 5 ਤੋਂ 13। ਠੀਕ ਹੈ ਜੀ, 5 ਤੋਂ ਲੈ ਕੇ 13 ਤੱਕ ਇਸਦੇ ਪੰਚਾਇਤ ਦੇ ਮੈਂਬਰ ਹੁੰਦੇ ਨੇ। ਚਲੋ ਇਹਦੇ ਬਾਰੇ ਦੱਸਦਾ। ਜੋ 73 ਮੋਸਟ ਇੰਪੋਰਟੈਂਟ ਇਹ ਉਹ ਆਪਣਾ ਕੀ ਕਰਿਓ ਤੁਸੀਂ ਇਹਨੂੰ ਨੋਟ ਕਰ ਲਿਓ ਆਪਣਾ। 73ਵੀਂ ਜੋ ਸ਼ੋਧ ਰਾਹੀਂ ਜੋ ਪੰਚਾਇਤੀ ਰਾਜ 1992 ਦੇ ਵਿੱਚ ਕੀ ਕੀਤਾ ਸੀ, ਇਹਨਾਂ ਨੇ ਲਾਗੂ ਕਰਤਾ ਸੀ। ਔਰ ਸੈਂਟਰ ਨੇ ਕਿਹਾ ਸੀ ਕਿ ਤੁਸੀਂ 2 ਸਾਲ ਦੇ ਵਿੱਚ ਪੂਰੇ ਆਲ ਇੰਡੀਆ ਦੇ ਵਿੱਚ ਹਰ ਇੱਕ ਰਾਜ ਨੂੰ ਮਤਲਬ ਆਦੇਸ਼ ਦਿੱਤੇ ਗਏ ਸੀ ਕਿ ਤੁਸੀਂ 2 ਸਾਲ ਦੇ ਵਿੱਚ ਇਹਨਾਂ ਨੂੰ ਆਪਣੇ ਰਾਜ ਦੇ ਵਿੱਚ ਲਾਗੂ ਕਰ ਲਓ। ਠੀਕ ਹੈ ਜੀ। ਸੋ ਆਪਾਂ ਕਈ ਵਾਰ ਦੇਖਦੇ ਨਾ ਵੀ ਰਾਜ ਦੇ ਵਿੱਚ ਸੈਂਟਰ 'ਚ ਉਦੋਂ ਲਾਗੂ ਹੋਇਆ, ਪੰਜਾਬ 'ਚ ਬਾਅਦ। ਤਾਂ ਪੰਜਾਬ ਨੇ ਕੀ ਕੀਤਾ ਆਪਣੇ 2 ਸਾਲ ਦੇ ਅੰਦਰ ਦੇਖ ਲਓ ਤੁਸੀਂ ਡੇਟ ਦਾ। ਪੰਜਾਬ ਪੰਚਾਇਤੀ ਰਾਜ ਐਕਟ 21 ਅਪ੍ਰੈਲ 1994 ਨੂੰ ਲਾਗੂ ਕੀਤਾ ਗਿਆ, 21 ਅਪ੍ਰੈਲ 1994 ਨੂੰ। ਠੀਕ ਹੈ ਜੀ। ਔਰ ਉਸ ਤੋਂ ਅੱਗੇ ਗ੍ਰਾਮ ਸਭਾ, ਜੋ ਅੱਗੇ ਆ ਜਾਂਦੀ ਆਪਣੀ ਗ੍ਰਾਮ ਸਭਾ ਔਰ ਗ੍ਰਾਮ ਪੰਚਾਇਤ ਵਗੈਰਾ ਦੱਸਦਾ ਚਲੋ ਮੈਂ ਤੁਹਾਨੂੰ। ਗ੍ਰਾਮ ਸਭਾ ਦੀ ਕੀ ਨੇ, 1 ਸਾਲ ਦੇ ਵਿੱਚ 4 ਮੀਟਿੰਗਾਂ ਹੋਣੀਆਂ ਜ਼ਰੂਰੀ ਨੇ। ਗ੍ਰਾਮ ਸਭਾ ਦੀ ਮੀਟਿੰਗ ਇੱਕ ਹੁੰਦੀ ਹੈ ਹਾੜੀ ਦੀ ਮੀਟਿੰਗ, ਇੱਕ ਹੁੰਦੀ ਹੈ ਸਾਉਣੀ ਦੀ ਮੀਟਿੰਗ, ਇੱਕ ਹੁੰਦੀ ਹੈ 26 ਜਨਵਰੀ ਨੂੰ ਮੀਟਿੰਗ, ਇੱਕ ਹੁੰਦੀ ਹੈ 2 ਅਕਤੂਬਰ ਨੂੰ ਮੀਟਿੰਗ। ਇਹ 4 ਮੀਟਿੰਗਾਂ ਹੋਣੀਆਂ ਜ਼ਰੂਰੀ ਨੇ। ਔਰ ਉਸ ਤੋਂ ਬਾਅਦ ਆ ਗਿਆ ਗ੍ਰਾਮ ਪੰਚਾਇਤ ਦੀਆਂ 12 ਮੀਟਿੰਗਾਂ ਹੋਣੀਆਂ ਜ਼ਰੂਰੀ ਨੇ। ਠੀਕ ਹੈ ਜੀ। ਉਹਦੇ ਰਿਗਾਰਡਿੰਗ ਚਲੋਗੇ ਕਾਫੀ ਡੀਪਲੀ ਆ ਵੈਸੇ ਪੰਚਾਇਤੀ ਰਾਜ ਪੜ੍ਹੋਗੇ ਤੁਸੀਂ। ਕਰੀਬ ਇੱਥੇ ਆਪਣੇ ਮੈਗਜ਼ੀਨ ਵਗੈਰਾ ਮਿਲਦੇ ਨੇ ਕਰੀਬ 100 ਪੇਜ ਦੇ, ਹੈ ਨਾ। ਤਾਂ ਮਤਲਬ ਸਰਪੰਚ ਅਗਰ 2 ਦੇ ਵਿੱਚ ਭਾਗ ਨਹੀਂ ਲਊਗਾ, ਬਿੰਦ ਸੇ ਇੱਧਰ ਉੱਧਰ ਮਤਲਬ 2 ਮਹੀਨੇ ਨਹੀਂ ਆਊਗਾ, ਤਾਂ ਮਤਲਬ ਉਹਦੇ ਉੱਪਰ ਆਪਾਂ BDP ਨੂੰ ਅਪਰੋਚ ਕਰਕੇ ਫਿਰ ਅੱਗੇ ਜੋ ਪੰਚਾਇਤ ਡਾਇਰੈਕਟਰ ਹੁੰਦਾ ਉੱਥੋਂ ਤੱਕ ਉਹਨੂੰ ਪਹੁੰਚ ਕਰਕੇ ਮਤਲਬ ਉਹਨੂੰ ਅਹੁਦੇ ਤੋਂ ਹਟਾ ਸਕਦੇ ਨੇ। ਔਰ ਇੱਥੇ ਮੈਂ ਸਰਪੰਚ ਬਾਰੇ ਇੱਕ ਹੋਰ ਦੱਸਣਾ ਚਾਹੁੰਦਾ। ਦੇਖੋ ਅਗਰ ਮੰਨ ਲਓ ਸਰਪੰਚ ਵੋਟਾਂ ਹੋਣੇ ਪਈਆਂ ਨੇ ਵੋਟਾਂ, ਤਾਂ ਉਹਦੇ ਵਿੱਚ ਕੀ ਆ, ਅਗਰ ਸਰਪੰਚ ਨਵਾਂ ਬਣਿਆ, ਮੰਨ ਲਓ ਇੱਕ ਪਹਿਲੇ ਸਾਲ ਚੱਲ ਰਿਹਾ ਉਹਦਾ, ਜਾਂ ਦੂਜਾ ਤੀਜਾ ਕੋਈ ਵੀ ਸਾਲ ਚੱਲ ਰਿਹਾ, ਪਰ 6 ਮਹੀਨੇ ਲਾਸਟ ਵਾਲੇ ਨਹੀਂ ਹੋਣੇ ਚਾਹੀਦੇ। ਯਾਦ ਰੱਖਿਓ 5 ਸਾਲ ਦੇ ਵਿੱਚ ਟਾਈਮ ਹੁੰਦਾ, 5 ਸਾਲ ਸਰਪੰਚ ਦਾ। ਅਗਰ ਜਦੋਂ ਉਹ 5 ਸਾਲ ਦੇ ਵਿੱਚ ਕਦੇ ਵੀ ਮਰ ਜਾਂਦਾ, ਲਾਸਟ ਵਾਲੇ 6 ਮਹੀਨਿਆਂ ਨੂੰ ਛੱਡ ਕੇ ਅਗਰ ਕਦੇ ਵੀ ਮਰ ਜਾਂਦਾ, ਤਾਂ 6 ਮਹੀਨੇ ਦੇ ਵਿੱਚ ਦੁਬਾਰਾ ਵੋਟਾਂ ਹੋਣਗੀਆਂ, ਇੱਕ ਚੀਜ਼। ਔਰ ਅਗਰ ਲਾਸਟ ਵਾਲੇ 6 ਮਹੀਨੇ ਉਹ ਮਤਲਬ ਐ ਸੀ 4.5 ਹੋ ਗਏ, ਲਾਸਟ ਵਾਲਾ 6 ਮਹੀਨੇ ਰਹਿ ਗਏ, ਉਹ ਮਰ ਗਿਆ, ਫਿਰ ਕੋਈ ਵੋਟਾਂ ਨਹੀਂ ਹੋਣੀਆਂ। ਠੀਕ ਹੈ ਜੀ, ਇਹ ਪੁਆਇੰਟ ਤੁਸੀਂ ਯਾਦ ਰੱਖਿਓ। ਔਰ ਉਸ ਤੋਂ ਬਾਅਦ ਆ ਗਿਆ ਆਪਣਾ ਅਗਲਾ ਪੁਆਇੰਟ ਆਰਟੀਕਲ। ਹਾਂਜੀ, ਇਹਦੇ ਲਈ ਆਰਟੀਕਲ ਪੰਜਾਬ ਪੁਲਿਸ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ ਕਿ ਪੰਚਾਇਤ ਦੇ ਸੰਗਠਨ ਨਾਲ ਮਤਲਬ ਆਰਟੀਕਲ ਕਿਹੜਾ ਹੈ। ਇਹਦੇ ਨਾਲ ਸੰਬੰਧਿਤ ਆਰਟੀਕਲ ਆਪਣਾ ਜੀ ਆਰਟੀਕਲ 40। ਠੀਕ ਹੈ ਜੀ। ਆਹ ਦੇਖ ਲਓ, ਮੈਂ ਤੁਹਾਡੇ ਲਈ ਇੱਥੇ ਇਮੇਜ ਵੀ ਇੱਥੇ ਐਡਿਟ ਕੀਤੀ ਆ। ਦੇਖ ਲਓ ਪੰਜਾਬ ਦੇ ਵਿੱਚ ਇਸ ਟਾਈਮ ਕਿੰਨੀਆਂ ਨੇ, 13,278 ਗ੍ਰਾਮ ਪੰਚਾਇਤਾਂ ਨੇ। ਠੀਕ ਹੈ ਜੀ।
ਔਰ ਉਸ ਤੋਂ ਬਾਅਦ ਹੁਣ ਤਾਂ ਇਹਨਾਂ ਨੇ ਚਲੋ ਔਰਤਾਂ ਲਈ 33% ਜਿਹੜਾ ਰਾਖਵਾਂਕਰਨ ਕਰਤਾ, ਉਹ ਵੀ ਕਰਤਾ 300 ਤੋਂ 1000 ਤੱਕ। ਤੁਸੀਂ ਆਪਣੇ ਪਿੰਡ ਦੇ ਨਾਲ ਇਹਨੂੰ ਉਹ ਕਰ ਸਕਦੇ ਹੋ, ਥੋੜ੍ਹਾ ਇੰਟਰਲਿੰਕਿੰਗ ਵੀ ਕਿੰਨੇ ਮਤਲਬ ਹੋਣੇ ਚਾਹੀਦੇ ਨੇ, ਮਤਲਬ ਘੱਟੋ ਘੱਟ 5 ਤੇ ਵੱਧ ਤੋਂ ਵੱਧ 13 ਹੋਣੇ ਚਾਹੀਦੇ ਨੇ। ਚਲੋ ਅਗਲਾ ਕੁਐਸਚਨ, ਭਾਰਤੀ ਸੰਵਿਧਾਨ ਕਦੋਂ ਬਣ ਕੇ ਤਿਆਰ ਹੋਇਆ? ਇੱਥੇ ਬੱਚਿਆਂ ਨੂੰ ਕਾਫੀ ਕਨਫਿਊਜ਼ਨ ਰਹਿੰਦੀ ਆ। ਦੇਖੋ ਜਦੋਂ ਕੀ ਹੋਇਆ ਸੀ, ਪਿਛਲੀ ਕਲਾਸ ਵਿੱਚ ਮੈਂ ਦੱਸਿਆ ਸੀ 31 ਦਸੰਬਰ 1929 ਨੂੰ ਮੀਟਿੰਗ ਹੋਈ ਸੀ ਨਾ ਆਪਣੀ ਲਾਹੌਰ ਦੇ ਵਿੱਚ। ਆਪਣਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਉਸ ਟਾਈਮ ਪ੍ਰਧਾਨ ਬਣਾਇਆ ਗਿਆ ਸੀ। ਲਾਹੌਰ ਉਸ ਟਾਈਮ ਪੰਜਾਬ ਦੀ ਰਾਜਧਾਨੀ ਸੀ, ਠੀਕ ਹੈ ਜੀ, ਹੋਇਆ ਕਲੀਅਰ। ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਪੂਰਨ ਸਵਰਾਜ ਦਿਵਸ ਇਹਨਾਂ ਨੇ ਮਨਾਇਆ 26 ਜਨਵਰੀ 1930 ਨੂੰ। ਇਹਨਾਂ ਨੇ ਕੀ ਕਰਤਾ ਸੀ, ਪੂਰਨ ਸਵਰਾਜ ਦਿਵਸ ਇਹਨਾਂ ਨੇ ਮਨਾ ਲਿਆ ਸੀ। ਤਾਂ ਕਰਕੇ 26 ਜਨਵਰੀ ਦੀ ਉਹ ਡੇਟ ਇਹਨਾਂ ਨੇ ਕੀ ਰੱਖ ਲਈ ਸੀ, ਨੋਟ ਕਰਕੇ, ਮਤਲਬ ਇੱਕ ਤਰ੍ਹਾਂ ਦਾ ਇਹ ਸੀ ਵੀ ਹਾਂ ਅਸੀਂ ਇਸੇ ਦਿਨ ਨੂੰ ਅਸੀਂ ਕੀ ਕਰਾਂਗੇ, ਪੂਰਨ ਸਵਰਾਜ ਦਿਵਸ ਮਨਾਵਾਂਗੇ। ਜਦੋਂ 26 ਨਵੰਬਰ 1949, ਦੇਖੋ ਕੁਐਸਚਨ ਦਾ ਆਨਸਰ ਹੈ ਤਾਂ 26 ਨਵੰਬਰ 1949 ਨੂੰ ਕੀ ਕਰਤਾ ਸੀ ਇਹਨਾਂ ਨੇ, ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ। ਬਟ ਇਹਨਾਂ ਨੇ ਫਿਰ ਕੀ ਕੀਤਾ, ਉਸੇ ਦਿਨ ਦੀ ਯਾਦ ਦੇ ਵਿੱਚ ਇਹਨਾਂ ਨੇ 26 ਜਨਵਰੀ 1900 ਕੀ ਕੀਤਾ, 50 ਨੂੰ ਇਹਨਾਂ ਨੇ ਕੀ ਕੀਤਾ, ਸੰਵਿਧਾਨ ਨੂੰ ਲਾਗੂ ਕੀਤਾ। ਕੁਐਸਚਨ ਪੱਕਾ ਇੱਥੋਂ ਪੁੱਛਿਆ ਹੁੰਦਾ, ਬੱਚੇ ਬਹੁਤ ਕਨਫਿਊਜ਼ ਕਿ ਕਦੋਂ ਬਣ ਕੇ ਤਿਆਰ ਹੋਇਆ। ਲੋਕ ਬੱਚੇ 26 ਜਨਵਰੀ 1950 ਕਰ ਦਿੰਦੇ ਨੇ, ਨਹੀਂ, ਕਦੋਂ ਬਣ ਕੇ ਤਿਆਰ ਹੋਇਆ, 26 ਨਵੰਬਰ 1949। ਲਾਗੂ ਕਦੋਂ ਹੋਇਆ, 26 ਜਨਵਰੀ 1950। ਸੋ ਯਾਦ ਰੱਖਿਓ। ਅਗਲਾ ਦੇਖ ਲਓ ਇੱਧਰ, ਖਰੜਾ ਕਮੇਟੀ, ਮਸੌਦਾ ਕਮੇਟੀ, ਡਰਾਫਟ ਕਮੇਟੀ, 3-4 ਨਾਮ ਨੇ, ਉਲਝਣਾ ਨਹੀਂ ਹੈ ਬਿਲਕੁਲ ਸਹੀ ਜਵਾਬ ਕੀ ਆ, BR ਅੰਬੇਦਕਰ, ਭੀਮ ਰਾਓ ਅੰਬੇਦਕਰ ਜੀ ਇਹਦੇ ਕੀ ਸੀ, ਪ੍ਰਧਾਨ ਸੀ। ਕਾਨੂੰਨੀ ਸਲਾਹਕਾਰ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਹੋਇਆ। ਡਰਾਫਟ ਕਮੇਟੀ ਤੋਂ ਤਾਂ ਬਹੁਤ ਵਾਰ ਆਇਆ, ਤੁਸੀਂ ਦੇਖਿਆ ਹੋਣਾ। ਕਾਨੂੰਨੀ ਸਲਾਹਕਾਰ BN ਰਾਓ, ਠੀਕ ਹੈ ਜੀ, ਨੋਟ ਕਰ ਲਿਓ। ਵੈਸੇ 7-8 ਇਹਦੇ ਹੋ ਸੀ, ਜੋ ਵੀ ਵਿੱਤ ਮੰਤਰੀ, ਇਹ ਮੰਤਰੀ ਸ਼ੈਟੀ ਜੀ ਹੋ ਗਏ। ਉਸ ਤੋਂ ਬਾਅਦ ਪਹਿਲੀ ਸਿਹਤ ਮੰਤਰੀ ਹੋ ਗਈ ਅਮਰਤਾ ਕੌਰ ਹੋ ਗਈ ਜੀ, ਇਹ ਵੀ ਕੁਐਸਚਨ ਆਇਆ ਸੀ ਐਗਜ਼ਾਮ ਦੇ ਵਿੱਚ। ਫਿਰ ਉਸ ਤੋਂ ਬਾਅਦ ਰੇਲਵੇ ਮੰਤਰੀ ਆ ਗਿਆ, ਜੌਨ ਮਥਾਈ ਵਗੈਰਾ, ਜੋ ਵੀ ਨੇ, ਮਤਲਬ ਕਾਫੀ ਨੇ। ਅਤੇ ਤੁਸੀਂ ਇੱਕ ਵਾਰ ਇਹਨੂੰ ਯਾਦ ਕਰ ਲਿਓ ਆਪਣੇ ਤਰੀਕੇ ਨਾਲ। ਕਾਨੂੰਨ ਮੰਤਰੀ ਦਾ ਵੀ ਆ ਗਿਆ, ਠੀਕ ਹੈ ਜੀ। ਪ੍ਰਧਾਨ ਕੌਣ ਸੀ, ਆਪਣੇ ਅਸਥਾਈ ਪ੍ਰਧਾਨ ਉਸ ਟਾਈਮ ਸੱਚਿਦਾਨੰਦ ਸੀ। ਉਹਨਾਂ ਦੀ ਏਜ ਜ਼ਿਆਦਾ ਸੀ, ਤਾਂ ਕਰਕੇ ਇਹਨਾਂ ਨੇ ਪਹਿਲੇ ਦਿਨ ਉਹਨਾਂ ਨੂੰ ਕੀ ਕੀਤਾ ਸੀ, ਪ੍ਰਧਾਨ ਲਗਾਤਾ ਸੀ। ਕਹਿੰਦੇ ਜ਼ਿਆਦਾ ਵੱਡੀ ਉਮਰ ਦਾ ਕੀ ਇਹਨੂੰ ਬੰਦੇ ਨੂੰ ਪ੍ਰਧਾਨ ਲਗਾ ਦਿਓ। ਸੱਚਿਦਾਨੰਦ ਜੀ ਨੂੰ ਪ੍ਰਧਾਨ ਲਗਾਤਾ ਸੀ, ਅਸਥਾਈ ਪ੍ਰਧਾਨ। ਅਗਲੇ ਦਿਨ ਇਹਨਾਂ ਨੇ ਚੇਂਜ ਕਰਤਾ ਸੀ, ਰਜਿੰਦਰ ਪ੍ਰਸਾਦ ਜੀ ਨੂੰ ਇਹਨਾਂ ਨੇ ਪ੍ਰਧਾਨ ਲਾਤਾ ਸੀ, ਠੀਕ ਹੈ ਜੀ। ਚਿੰਨ੍ਹ ਕੀ ਸੀ, ਚਿੰਨ੍ਹ ਇਹਨਾਂ ਦਾ ਕੀ ਸੀ, ਉਸ ਟਾਈਮ ਹਾਥੀ ਸੀ, ਠੀਕ ਹੈ ਜੀ। ਇੱਕ ਸਦਨੀ ਸੀ ਇਹ ਪੁਆਇੰਟ ਤੁਸੀਂ ਯਾਦ ਰੱਖਿਓ। ਅਗਲਾ ਆ ਗਿਆ ਤਿਰੰਗੇ ਨੂੰ ਕੀ ਕੀਤਾ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਅਸੀਂ ਹੁਣ ਜਿੱਤ ਗਏ, 22 ਜੁਲਾਈ, 15 ਅਗਸਤ ਨੂੰ ਅਸੀਂ ਆਜ਼ਾਦ ਹੋਣਾ ਸੀ। 15 ਅਗਸਤ ਨੂੰ 1947 ਨੂੰ ਮਾਊਂਟ ਬੈਟਨ ਵਗੈਰਾ ਤੁਸੀਂ ਚਲੋ ਸਾਰਾ ਕੁਝ ਪੜ੍ਹਿਆ ਹੀ ਹੋਣਾ, ਹੈ ਨਾ। ਵਾਇਸਰਾਏ ਸੀ ਉਹ, ਨਾ ਕਿ ਗਵਰਨਰ, ਇਹ ਵੀ ਯਾਦ ਰੱਖਿਓ। ਔਰ ਪਹਿਲੇ ਇੱਕ ਮੈਂ ਹੋਰ ਦੱਸ ਦਿੰਦਾ, ਭਾਰਤ ਦੇ ਪਹਿਲੇ ਭਾਰਤੀ, ਖੁਦ ਮਤਲਬ ਭਾਰਤੀ ਹੋਣ, ਜੋ ਭਾਰਤ ਦੇ ਪਹਿਲੇ ਤੇ ਅਖੀਰਲੇ ਗਵਰਨਰ ਜਨਰਲ ਕੌਣ ਸੀ ਰਾਜਾ ਗੋਪਾਲਚਾਰੀ, ਠੀਕ ਹੈ। ਇਹ ਪੁਆਇੰਟ ਵੀ ਯਾਦ ਰੱਖਿਓ, ਪਹਿਲੇ ਤੇ ਲਾਸਟ ਦੋਨੋਂ ਸੀ ਉਹ। ਔਰ ਉਸ ਤੋਂ ਬਾਅਦ ਤਿਰੰਗਾ ਇਹਨਾਂ ਨੇ ਕੀ ਕੀਤਾ ਸੀ, 22 ਜੁਲਾਈ ਜਦੋਂ ਜਿੱਤ ਗਏ, ਜਿੱਤ ਦੇ ਟਾਈਮ ਦੀ ਝੰਡਾ ਲਹਿਰਾਉਂਦੇ ਨੇ। ਸੋ 22 ਜੁਲਾਈ ਨੂੰ ਮਤਲਬ ਇਹਨਾਂ ਨੇ ਕੀ ਕੀਤਾ, 22 ਜੁਲਾਈ 1947 ਨੂੰ ਤਿਰੰਗਾ ਇਹਨਾਂ ਨੇ ਅਪਣਾਇਆ। ਜਨ ਗਣ ਮਨ ਕਿਹਨੇ ਲਿਖਿਆ, ਤੁਹਾਨੂੰ ਪਤਾ ਹੀ ਹੋਣਾ। ਜਨ ਗਣ ਮਨ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਕੁਝ ਹੋਰ ਇੱਥੇ ਡੀਪਲੀ। ਜਨ ਗਣ ਮਨ ਨੂੰ 1911 ਦੇ ਵਿੱਚ ਕੀ ਕੀਤਾ ਸੀ, ਕਲਕੱਤਾ, ਹਾਂ ਸ਼ਾਇਦ ਕਲਕੱਤਾ ਜਾਂ ਦਿੱਲੀ, ਸੋ ਥੋੜ੍ਹਾ ਇੱਥੇ ਮੈਨੂੰ ਕਨਫਿਊਜ਼ਨ, ਥੋੜ੍ਹਾ ਚੈੱਕ ਕਰ ਲਿਓ ਫਿਰ ਵੀ। ਕਲਕੱਤਾ ਸ਼ਾਇਦ, ਹਾਂ ਕਲਕੱਤਾ ਜਾਂ ਦਿੱਲੀ ਵਿਖੇ, ਮਤਲਬ ਕਿ ਇਹਨੂੰ, ਹਾਂ ਦਿੱਲੀ ਵਿਖੇ ਗਾਇਆ ਸੀ ਇਹਨੂੰ, ਦਿੱਲੀ ਵਿਖੇ, ਠੀਕ ਹੈ ਜੀ, ਓਕੇ। ਦਿੱਲੀ ਵਿਖੇ ਇਹਨੂੰ ਗਾਇਆ ਸੀ। ਔਰ ਜਨ ਗਣ ਮਨ ਕਿਹਨੇ ਲਿਖਿਆ, ਰਵਿੰਦਰਨਾਥ ਟੈਗੋਰ ਜੀ ਨੇ। ਵੰਦੇ ਮਾਤਰਮ ਬੰਕਿਮ ਚੰਦਰ ਚਟਰਜੀ ਹੋ ਗਏ, ਠੀਕ ਹੈ ਜੀ, ਉਹਨਾਂ ਨੇ ਲਿਖਿਆ। ਔਰ ਉਸ ਤੋਂ ਬਾਅਦ ਉਹ 1896 ਆਪਣਾ ਕਲਕੱਤੇ ਦੇ ਵਿੱਚ ਗਾਇਆ ਸੀ, ਠੀਕ ਹੈ ਜੀ, ਹੋ ਗਿਆ ਕਲੀਅਰ। ਸੋ ਅਗਰ ਇੱਥੇ ਮੈਨੂੰ ਕਨਫਿਊਜ਼ਨ ਹੋਈ ਥੋੜ੍ਹਾ ਜਿਹਾ, ਤੁਸੀਂ ਇੱਕ ਵਾਰ ਚੈੱਕ ਕਰ ਲਿਓ ਜੀ। ਅੱਗੇ ਆ ਗਿਆ ਆਪਣਾ, ਇਹ ਵੀ ਦੱਸਦਾ ਤਰੀਕਾ ਕੀ ਸੀ, ਹਾਂ ਜਦੋਂ ਇਹ ਆਪਣਾ ਕੀ ਸੀ, ਹਾਂ ਸੰਵਿਧਾਨ ਸਭਾ ਦਾ ਬਣਾਉਣ ਦਾ ਜੋ ਵੀ ਹੋ ਸੀ ਤਰੀਕਾ ਦਾ ਕੀ ਸੀ, ਤਾਂ ਇਹਦਾ ਕੀ ਸੀ, ਫਸਟ ਪਾਸਟ ਦਾ ਪੋਸਟ ਦਾ ਮਤਲਬ ਕੀ ਹੁੰਦਾ, ਜੋ ਆਪਣੀਆਂ ਵੋਟਾਂ ਵਗੈਰਾ ਹੁੰਦੀਆਂ ਨੇ, ਇਹਦੇ ਅਲੱਗ-ਅਲੱਗ ਮੈਥਡ ਹੁੰਦੇ ਨੇ, ਹੈ ਨਾ। ਜਿਵੇਂ ਆਪਣਾ ਰਾਸ਼ਟਰਪਤੀ ਦੀਆਂ ਵੋਟਾਂ ਥੋੜ੍ਹੀਆਂ ਅਲੱਗ ਤਰੀਕੇ ਨਾਲ ਪੈਂਦੀਆਂ ਨੇ, ਔਰ ਬਾਕੀ ਆਪਣੇ ਸਰਪੰਚ ਦੀਆਂ ਅਲੱਗ ਪੈਂਦੀਆਂ ਨੇ। ਹਰ ਇੱਕ ਟਾਈਪ ਦੇ ਮਤਲਬ ਵੋਟਾਂ ਦੇ ਅਲੱਗ-ਅਲੱਗ ਤਰੀਕੇ ਨੇ। ਤਾਂ ਸੋ ਇਹਦਾ ਤਰੀਕਾ ਕੀ, ਫਸਟ ਪਾਸਟ ਦਾ ਪੋਸਟ ਦਾ ਮਤਲਬ ਕੀ ਹੁੰਦਾ, ਜੋ 50% ਤੋਂ ਮਤਲਬ ਉੱਪਰ ਲੰਘ ਜੂਗਾ ਤਾਂ ਉਹਦਾ ਕੀ ਕਰੋ, ਸਾਈਡ 'ਤੇ ਓਕੇ, ਮਤਲਬ ਜਿੱਤ ਜੂਗਾ, ਹੋ ਗਿਆ ਕਲੀਅਰ। ਇਸ ਤੋਂ ਬਾਅਦ ਨੀਤੀ ਆਯੋਗ ਦਾ ਵਾਈਸ ਚੇਅਰਪਰਸਨ ਕੌਣ ਹੈ, ਪਿਛਲੇ ਸਾਲ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਸੀ ਵੀ। ਇਹਦਾ ਸਹੀ ਜਵਾਬ ਹੈ ਸੁਮਨ ਬੇਰੀ ਜੀ ਕੀ ਨੇ, ਵਾਈਸ ਚੇਅਰਪਰਸਨ ਕੀ ਨੇ ਨੀਤੀ ਆਯੋਗ ਦੇ। ਉਹ ਨੀਤੀ ਆਯੋਗ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਜਾਂ ਆਪਣੇ ਹੈੱਡ ਹੁੰਦੇ ਨੇ, ਆਪਾਂ ਕਹਿ ਸਕਦੇ ਹਾਂ ਜਾਂ ਮੁਖੀ ਕੁਝ ਵੀ, ਉਹ ਕੌਣ ਹੁੰਦੇ ਨੇ, ਆਪਣੇ ਪ੍ਰਧਾਨ ਮੰਤਰੀ ਜੀ ਹੁੰਦੇ ਨੇ, ਠੀਕ ਹੈ ਜੀ। ਪ੍ਰਧਾਨ ਮੰਤਰੀ ਨੀਤੀ ਆਯੋਗ ਦੇ ਕੀ ਹੁੰਦੇ ਨੇ, ਹੈੱਡ ਹੁੰਦੇ ਨੇ। ਔਰ ਵਾਈਸ ਚੇਅਰਪਰਸਨ ਕੌਣ ਕਿ ਸੁਮਨ ਬੇਰੀ। BVR ਅੱਗੇ ਦੂਜੀ ਆਪਸ਼ਨ ਦੇਖੋ ਜੀ, BVR ਸੁਬਰਾਮਨੀਅਮ, ਇਹ ਕੀ ਨੇ ਇਸ ਟਾਈਮ, ਨੀਤੀ ਆਯੋਗ ਦੇ CEO ਨੇ, ਇਹ ਯਾਦ ਰੱਖਿਓ, ਠੀਕ ਹੈ ਜੀ। CEO ਕੌਣ ਨੇ, CEO। ਉਸ ਤੋਂ ਵੈਂਕਟ ਰਮਨੀ, ਜਿਵੇਂ ਪਿਛਲੀ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ ਸੀ, ਆਪਣੇ ਅਟਾਰਨੀ ਜਨਰਲ
ਜੋ ਆਪਣੇ ਕੀ ਨੇ ਇਸ ਟਾਈਮ ਮੌਜੂਦਾ ਨੇ ਵੀ ਆਪਣਾ ਵੈਂਕਟਰਮਣੀ ਜੀ। ਆਰਟੀਕਲ ਉਹਨਾਂ ਦਾ ਕੀ ਆ 76। ਜੋ ਭਾਰਤ ਦੇ ਸਭ ਤੋਂ ਉੱਚ ਕਾਨੂੰਨੀ ਸਲਾਹਕਾਰ ਹੁੰਦੇ ਨੇ ਉਹ ਕੌਣ ਨੇ? ਵੈਂਕਟਰਮਣੀ ਜੀ ਇਸ ਟਾਈਮ, ਔਰ ਅਟਾਰਨੀ ਜਨਰਲ ਕਹਿੰਦੇ ਆ। ਔਰ ਅੱਗੇ ਮੁਰਮੂ ਜੀ, ਗਿਰੀਸ਼ ਚੰਦਰ ਮੁਰਮੂ ਜੀ, ਇਸ ਟਾਈਮ ਕੀ ਆ ਪਿਛਲੇ 2 ਸਾਲਾਂ ਦੇ ਵਿੱਚ ਸ਼ਾਇਦ ਜੰਮੂ ਕਸ਼ਮੀਰ ਦੇ ਕੀ ਸੀ ਇਹ ਰਾਜਪਾਲ ਲੱਗੇ ਸੀ ਉੱਥੇ। ਔਰ ਇਸ ਟਾਈਮ ਉਹ ਕੀ ਨੇ ਆਪਣੇ ਗਿਰੀਸ਼ ਚੰਦਰ ਮੁਰਮੂ, GC ਮੁਰਮੂ ਵੀ ਕਹਿੰਦੇ ਨੇ ਇਹਨਾਂ ਨੂੰ। ਇਸ ਟਾਈਮ ਕੀ ਨੇ ਆਪਣੇ CAG ਕੰਪਟਰੋਲਰ ਆਡਿਟ ਜਨਰਲ, ਠੀਕ ਹੈ, ਜੋ ਵੀ ਆਪਣੇ ਆਲ ਇੰਡੀਆ ਦੇ ਵਿੱਚ ਸਾਰਾ ਪੈਸੇ ਦਾ ਹਿਸਾਬ ਦਾ ਵੀ ਕਿੱਥੇ ਕਿਹਨੇ ਕਿੰਨਾ ਖਰਚਾ ਕੀਤਾ ਉਹਦਾ ਕੰਪਟਰੋਲਰ ਆਡਿਟ ਜਨਰਲ। ਇਸ ਟਾਈਮ ਇਹ ਆਪਣੇ ਕੌਣ ਨੇ? CAG ਮੁਰਮੂ ਜੀ ਹੋ ਗਏ, ਠੀਕ ਹੈ ਜੀ। ਚਲੋ ਅੱਗੇ ਦੱਸਦਾ ਮੈਂ ਤੁਹਾਨੂੰ 2015 ਨੀਤੀ ਅੱਗੇ ਹੈਗਾ ਨੈਸ਼ਨਲ ਇੰਸਟੀਚਿਊਟ ਔਰ ਟਰਾਂਸਫਾਰਮਿੰਗ ਇੰਡੀਆ ਦੀ ਫੁੱਲ ਫਾਰਮ, ਠੀਕ ਹੈ ਜੀ। 2015 ਦੇ ਵਿੱਚ ਗਠਨ ਹੋਇਆ ਸੀ। ਯੋਜਨਾ ਆਯੋਗ ਇਹਦੇ ਪਹਿਲਾਂ ਚੱਲ ਰਿਹਾ ਸੀ ਹੈ ਨਾ, 2014 ਤੱਕ ਤਾਂ ਯੋਜਨਾ ਆਯੋਗ ਤੁਹਾਨੂੰ ਪਤਾ ਹੀ ਹੋਣਾ। ਯੋਜਨਾ ਆਯੋਗ ਤੋਂ ਬਾਅਦ ਇਹਨਾਂ ਨੇ ਕੀ ਕਰਤਾ, ਇਹਨੂੰ ਬਦਲ ਕੇ ਨੀਤੀ ਆਯੋਗ ਬਣਾਤਾ। ਔਰ ਉਸ ਤੋਂ ਬਾਅਦ ਅੱਗੇ ਫੁੱਲ ਫਾਰਮ ਮੈਂ ਤੁਹਾਨੂੰ ਦੱਸੇ ਤੇ ਇਹਦੀ। ਅੱਗੇ ਆ ਗਿਆ ਕੁਐਸਚਨ GST ਕਿੰਨੇ ਪ੍ਰਕਾਰ ਦਾ ਹੁੰਦਾ? ਅਗਲਾ ਇਹਦਾ ਸਹੀ ਜਵਾਬ ਹੈ GST ਹੁੰਦਾ 4 ਪ੍ਰਕਾਰ ਦਾ। ਨੰਬਰ 1 ਦੇ ਵਿੱਚ ਆ ਗਿਆ ਆਪਣਾ ਸੈਂਟਰਲ GST ਹੈ ਨਾ ਜੀ। GST ਦੀ ਫੁੱਲ ਫਾਰਮ ਵੀ ਕੀ ਆ? ਗੁੱਡਸ ਮਤਲਬ ਵਸਤੂਆਂ, ਸਰਵਿਸ ਮਤਲਬ ਸੇਵਾਵਾਂ, ਟੈਕਸ ਮਤਲਬ ਟੈਕਸ, ਗੁੱਡਸ ਐਂਡ ਸਰਵਿਸ ਟੈਕਸ, ਠੀਕ ਹੈ ਜੀ। ਇਹਦੀ ਫੁੱਲ ਫਾਰਮ ਹੋ ਗਈ। 4 ਪ੍ਰਕਾਰ ਦਾ ਹੁੰਦਾ। ਨੰਬਰ 1 'ਤੇ ਆ ਗਿਆ ਸੈਂਟਰਲ ਆਪਣਾ GST, ਨੰਬਰ 2 'ਤੇ ਸਟੇਟ GST, ਨੰਬਰ 3 'ਤੇ ਆ ਗਿਆ ਇੰਟੀਗ੍ਰੇਟਡ GST ਮਤਲਬ ਏਕੀਕ੍ਰਿਤ ਕਹਿੰਦੇ ਆਪਾਂ ਉਹਨੂੰ। ਔਰ ਨੰਬਰ 4 ਦੇ ਉੱਪਰ ਆ ਗਿਆ ਯੂਨੀਅਨ ਦਾ ਮਤਲਬ ਇਹ ਯੂਨੀਅਨ ਟੈਰੀਟਰੀ ਹੁੰਦੇ ਨੇ ਆਪਣੇ, ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦੇ ਨੇ, ਉਹਨਾਂ ਦਾ GST। ਸੋ ਟੋਟਲ ਇਹ 4 ਪ੍ਰਕਾਰ ਦਾ ਹੁੰਦਾ। ਔਰ ਇਹਦੇ ਬਾਰੇ ਅੱਗੇ ਦੇਖੋ GST ਨੂੰ 101ਵਾਂ ਜਿਹੜਾ ਆਪਣੀ ਅਮੈਂਡਮੈਂਟ ਹੋਈ ਸੀ ਨਾ, ਉਹਦੇ ਵਿੱਚ 2016 ਦੇ ਤਹਿਤ ਇਹਨਾਂ ਨੂੰ ਕੀ ਆ, ਜੋ ਧਾਰਾ ਆਪਣੀ ਸੰਵਿਧਾਨ ਦੇ ਵਿੱਚ 279A ਦੇ ਵਿੱਚ ਰਾਹੀਂ ਜੋੜਿਆ ਗਿਆ ਸੀ। ਯਾਦ ਰੱਖਿਓ, ਮੋਸਟ ਇੰਪੋਰਟੈਂਟ ਪੁਆਇੰਟ ਹੈ, ਠੀਕ ਹੈ ਜੀ। ਇਹ ਅੱਗੇ ਆ ਗਿਆ ਭਾਰਤ ਵਿੱਚ 1 ਜੁਲਾਈ 2017 ਤੋਂ GST ਲਾਗੂ ਕੀਤਾ। 1 ਜੁਲਾਈ 2017 ਕੁਐਸਚਨ ਪੁੱਛ ਕੇ ਆਮ ਕੁਐਸਚਨ ਬਣੇ ਜਾਂਦਾ ਹੈ ਜਾਂ ਸੋ ਇਹਨੂੰ ਵੀ ਨੋਟ ਕਰ ਲਿਓ। ਸਲੈਬ, ਹਾਂ ਅੱਗੇ ਮੈਂ ਦੱਸਦਾ ਤੁਹਾਨੂੰ ਥੋੜ੍ਹਾ ਜਿਹਾ, ਚਲੋ ਡੀਪਲੀ ਕਈ ਵਾਰ ਆਪਾਂ ਨੂੰ ਹੋਣੀ ਵੀ ਚਾਹੀਦੀ ਨੌਲੇਜ। ਸਲੈਬ ਦਾ ਕੀ ਹੁੰਦੀ? ਇਹਦੀ 5 ਸਲੈਬਸ ਹੁੰਦੀਆਂ ਨੇ ਇਹਦੀਆਂ। ਨੰਬਰ 1 ਦੇ ਸਲੈਬ ਕੀ ਆ? 0% ਆ। ਔਰ ਉਸ ਤੋਂ ਬਾਅਦ ਆ ਗਿਆ ਆਪਣੀ 5%, ਫਿਰ 12%, ਫਿਰ 18% ਔਰ ਲਾਸਟ ਦੇ ਵਿੱਚ 28% ਹੈ ਨਾ ਜੀ। ਟੋਟਲ 5 ਸਲੈਬ ਕੇ 0, 5, 12, 18, 28, ਠੀਕ ਹੈ ਜੀ। ਔਰ ਇਹਨਾਂ ਦੇ ਵਿੱਚ ਜੋ ਸਲੈਬਸ ਹੁੰਦੀਆਂ ਨੇ 0% ਕਿਤੇ ਕਿਤੇ ਲੱਗਦਾ। ਦੇਖੋ ਜਿਵੇਂ ਆਪਣੇ ਘਰ ਆਟਾ ਹੁੰਦਾ, ਆਪਣੇ ਘਰ ਬੇਸਣ ਹੁੰਦਾ, ਜੋ ਵੀ ਆਪਾਂ ਮਤਲਬ ਆਮ ਦੁੱਧ ਵਗੈਰਾ ਹੋ ਗਿਆ, ਜੋ ਆਪਾਂ ਨੂੰ ਪਤਾ ਸਾਨੂੰ ਆਮ ਅਸੀਂ ਵਰਤੋਂ ਦੇ ਵਿੱਚ ਖਾਂਦੇ ਹਾਂ ਵੀ ਹਾਂ ਚੀਜ਼ਾਂ, ਉਹਦੇ ਉੱਪਰ 0% ਲੱਗਦਾ, ਠੀਕ ਹੈ ਜੀ। ਔਰ ਹਾਂ ਬੱਚਿਆਂ ਦੀ ਜੋ ਆਪਣੇ ਕਿਤਾਬਾਂ ਹੁੰਦੀਆਂ ਨੇ, ਡਰਾਇੰਗ ਵਗੈਰਾ ਹੁੰਦੀਆਂ ਨੇ ਨਾ, ਔਰ ਇੱਥੋਂ ਤੱਕ ਜੋ ਔਰਤਾਂ ਦਾ ਥੋੜ੍ਹਾ ਮੇਕਅਪ ਦਾ ਸਮਾਨ ਉਹਦੇ ਉੱਪਰ ਵੀ 0% ਲੱਗਦਾ ਜੀ ਇਹ, ਠੀਕ ਹੈ ਜੀ। ਹੋ ਗਿਆ ਕਲੀਅਰ? ਚਲੋ ਅੱਗੇ ਚੱਲਦੇ ਆਪਾਂ। ਹਾਂ ਇਹ ਕੀ ਆ? ਇਨਡਾਇਰੈਕਟ ਆ ਕਿ ਡਾਇਰੈਕਟ ਆ? ਇਹ ਦੇਖੋ ਤੁਸੀਂ ਇਹਦਾ ਜਵਾਬ ਤੁਸੀਂ ਦੇ ਦਿਓ, ਕਮੈਂਟ ਕਰਕੇ ਦੱਸ ਦਿਓ ਨਾ ਤਾਂ, ਬਾਕੀ ਚੈੱਕ ਕਰ ਲਿਓ ਥੋੜ੍ਹਾ ਜਿਹਾ GST ਬਾਰੇ ਵੀ ਹੈ ਨਾ ਜੀ। ਇਹਦਾ ਜਵਾਬ ਤੁਸੀਂ ਆਪ ਦੇ ਦਿਓ। ਔਰ ਉਸ ਤੋਂ ਬਾਅਦ ਹਾਈ ਕੋਰਟ ਦੇ ਅਗਲਾ ਕੁਐਸਚਨ, ਹਾਈ ਕੋਰਟ ਦੇ ਜੱਜ ਕਿੰਨੀ ਉਮਰ ਤੱਕ ਆਪਣੇ ਪਦ 'ਤੇ ਰਹਿ ਸਕਦੇ ਹਨ? ਦੇਖੋ ਹਾਈ ਕੋਰਟ ਦਾ ਹੁੰਦਾ ਮਤਲਬ ਘੱਟ ਉਮਰ, ਹਾਈ ਕੋਰਟ ਛੋਟਾ ਕੋਰਟ, ਸੁਪਰੀਮ ਕੋਰਟ ਵੱਡਾ ਕੋਰਟ। ਸੋ ਹਾਈ ਕੋਰਟ ਬਾਰੇ ਗੱਲ ਕਰਦੇ ਹਾਂ। ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਦੀ ਉਮਰ ਹੁੰਦੀ ਆ 62 ਸਾਲ, ਠੀਕ ਹੈ ਜੀ। ਹਾਈ ਕੋਰਟ ਦੇ ਜੱਜ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ? 62 ਸਾਲ ਤੱਕ ਉਹ ਆਪਣੇ ਪਦ 'ਤੇ ਰਹੂਗਾ। ਸਰਵਿਸ ਕਿੰਨੀ ਹੋਈ ਹੈ ਕੋਈ ਮਤਲਬ ਨਹੀਂ, 62 ਸਾਲ ਤੱਕ ਹੋ ਗਿਆ ਉਮਰ, ਚਲੋ ਖਤਮ ਸਰਵਿਸ ਉਹਦੀ। ਔਰ ਜਿਹੜਾ ਸੁਪਰੀਮ ਕੋਰਟ ਦਾ ਹੁੰਦਾ ਉਹਦੀ ਉਮਰ ਹੁੰਦੀ ਹੈ 65 ਸਾਲ, ਠੀਕ ਹੈ, ਯਾਦ ਰੱਖਿਓ। ਹਾਈ ਕੋਰਟ 62 ਸਾਲ, ਸੁਪਰੀਮ ਕੋਰਟ 65 ਸਾਲ। ਔਰ ਉਸ ਤੋਂ ਬਾਅਦ ਪਹਿਲੇ ਮੁੱਖ ਜੱਜ ਜਿਹੜੇ ਆਪਣੇ ਹੁਣ ਪੰਜਾਬ ਹਾਈ ਕੋਰਟ ਦੀ ਮੈਂ ਗੱਲ ਕਰੂੰ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜਾ 1 ਨਵੰਬਰ 1966 ਦੇ ਵਿੱਚ ਜਦੋਂ ਤੋਂ ਉਹ ਚੱਲ ਰਿਹਾ ਹੈ ਨਾ ਜੀ, ਉਹਦੇ ਵਿੱਚ ਕੀ ਆ 3 ਬਣੇ, ਪੰਜਾਬ, ਹਰਿਆਣਾ ਔਰ ਚੰਡੀਗੜ੍ਹ, 3 ਦਾ ਇਹ ਹਾਈ ਕੋਰਟ ਆ। ਔਰ ਜਿਹੜੇ ਇਹਦੇ ਪਹਿਲੇ ਮੁੱਖ ਜੱਜ ਸੀ ਉਹਨਾਂ ਦਾ ਨਾਮ ਸੀ ਰਾਮ ਲਾਲ ਜੀ, ਠੀਕ ਆ, ਸ਼੍ਰੀ ਰਾਮ ਲਾਲ ਜੀ ਪਹਿਲੇ ਕੀ ਨੇ? ਮੁੱਖ ਜੱਜ ਨੇ। ਹਾਂ ਔਰ ਉਸ ਤੋਂ ਬਾਅਦ ਮੈਂ ਇੱਕ ਹੋਰ ਥੋੜ੍ਹਾ ਦੱਸਦਾ, ਅਗਰ ਭਾਰਤ ਦੇ ਪਹਿਲੇ ਮੁੱਖ ਜੱਜ ਪੁੱਛੇ ਜਾਣ ਤਾਂ ਹੀਰਾ ਲਾਲ ਕਾਨੀਆ। ਭਾਰਤ ਦੇ ਪਹਿਲੇ ਮੁੱਖ ਜੱਜ ਹੀਰਾ ਲਾਲ ਕਾਨੀਆ, ਚੀਫ ਜਸਟਿਸ ਆਫ ਇੰਡੀਆ ਫਸਟ ਅਗਰ ਪੁੱਛਿਆ ਜਾਵੇ, ਹੀਰਾ ਲਾਲ ਕਾਨੀਆ। ਹੁਣ ਇੱਥੇ ਗੱਲ ਦੁਬਾਰਾ ਮੈਂ ਆ ਗਿਆ ਕੁਐਸਚਨ 'ਤੇ। ਹਾਈ ਕੋਰਟ ਦੇ ਪਹਿਲੇ ਮੁੱਖ ਜੱਜ ਮੈਂ ਤੁਹਾਨੂੰ ਦੱਸਤਾ ਰਾਮ ਲਾਲ ਜੀ। ਦੂਜੇ ਮੈਂ ਇੱਥੇ ਦੱਸ ਰਿਹਾ ਜੱਜ ਕੀ ਨੇ? ਰੰਜਨ ਸ਼ੋਧੀ ਦਾਸ, ਕਿਉਂਕਿ ਪਹਿਲਾਂ ਜ਼ਿਆਦਾਤਰ ਲੋਕ ਬੱਚੇ ਯਾਦ ਕਰ ਲਏ, ਦੂਜੇ ਬਾਰੇ ਕੁਐਸਚਨ ਐਗਜ਼ਾਮੀਨਰ ਪੁੱਛ ਕੇ ਰੱਖ ਲੈਂਦਾ, ਦੂਜੇ ਕੌਣ ਨੇ ਨੋਟ ਕਰ ਲਿਓ। ਅਗਲਾ ਮੌਜੂਦਾ ਕੀ ਨੇ? 35 ਨੰਬਰ 'ਤੇ ਕੌਣ ਨੇ? ਰਵੀ ਸ਼ੰਕਰ ਝਾ, ਠੀਕ ਹੈ ਜੀ। ਹੋ ਗਿਆ ਕਲੀਅਰ ਹੈ ਵੀ ਤੁਹਾਨੂੰ? ਕੁੱਲ ਕਿੰਨੇ ਨੇ? 65 ਨੇ 'ਚ, ਠੀਕ ਹੈ ਜੀ। ਔਰ ਹਾਂ 1966 ਦੇ ਵਿੱਚ ਮੈਂ 1966 ਨੂੰ ਇੱਥੇ ਐਡ ਕੀਤਾ ਕਿਉਂਕਿ ਉਸ ਟਾਈਮ ਮਤਲਬ ਜਦੋਂ ਚੱਲਿਆ ਹੀ ਸੀ ਇਹ ਨਾ, ਉਸ ਟਾਈਮ ਕੌਣ ਸੀ?
ਆਪਣਾ ਜਦੋਂ ਆਪਣੀ ਪਾਰਟੀਸ਼ਨ ਵਗੈਰਾ ਹੋਈ ਹੈ ਨਾ, ਸਾਰਾ ਵੰਡਿਆ ਗਿਆ 1966 ਦੇ ਵਿੱਚ, ਕੌਣ ਸੀ? ਮੇਹਰ ਸਿੰਘ ਸੀ। ਠੀਕ ਹੈ ਜੀ। ਕੌਣ ਨਿਯੁਕਤ ਕਰਦਾ? ਹੁਣ ਦੇਖੋ ਜੀ, ਹਾਈ ਕੋਰਟ ਦੇ ਜੱਜ ਉਹਨਾਂ ਨੂੰ ਕੌਣ ਨਿਯੁਕਤ ਕਰਦਾ? ਹਾਈ ਕੋਰਟ ਦੇ ਜੱਜ ਨੂੰ ਨਿਯੁਕਤ ਕਰਨ ਦੀ ਪਾਵਰ ਤਾਂ ਵੈਸੇ ਕੀ ਆਪਣੀ ਰਾਸ਼ਟਰਪਤੀ ਕੋਲੇ ਆ। ਰਾਸ਼ਟਰਪਤੀ ਕੀ ਕਰਦਾ? ਹਾਈ ਕੋਰਟ ਦੇ ਜੋ ਮੁੱਖ ਜੱਜ ਬਾਰੇ ਦੱਸ ਰਿਹਾ ਮੈਂ ਤੁਹਾਨੂੰ, ਹਾਈ ਕੋਰਟ ਦੇ ਮੁੱਖ ਜੱਜ ਬਾਰੇ, ਨਾ ਕਿ ਜੱਜ ਬਾਰੇ, ਯਾਦ ਰੱਖਿਓ। ਕਿਉਂਕਿ ਜੋ ਆਪਣੇ ਹਾਈ ਕੋਰਟ ਦੇ ਜੱਜ ਹੁੰਦੇ ਨੇ ਉਹਦਾ ਇੱਕ ਅਲੱਗ ਕੋਲਜੀਅਮ ਵਗੈਰਾ ਹੁੰਦਾ, ਉਹ ਅਲੱਗ ਹੁੰਦਾ ਸਿਸਟਮ। ਔਰ ਹਾਈ ਕੋਰਟ ਦੇ ਜੋ ਮੁੱਖ ਜੱਜ ਉਹਨੂੰ ਨਿਯੁਕਤ ਕਰਨ ਦਾ ਪ੍ਰੋਸੀਜਰ ਕੀ ਆ? ਰਾਸ਼ਟਰਪਤੀ ਨਿਯੁਕਤ ਕਰਦਾ ਉਹਨੂੰ। ਰਾਸ਼ਟਰਪਤੀ ਨਿਯੁਕਤ ਕਿਵੇਂ ਕਰਦਾ ਉਹਨੂੰ? ਜੋ ਆਪਣਾ ਚੀਫ ਜਸਟਿਸ ਆਫ ਇੰਡੀਆ ਉਹਦੀ ਪਰਾਮਰਸ਼ ਜਾਂ ਸਲਾਹ ਬੋਲਦੇ ਹਾਂ ਆਪਾਂ, ਠੀਕ ਹੈ, ਉਹਦੀ ਸਲਾਹ ਨਾਲ। ਔਰ ਜੋ ਸਟੇਟ ਜਿੱਥੇ ਉਹਨੂੰ ਮਤਲਬ ਇਹ ਉਹ ਕਰਨਾ, ਨਿਯੁਕਤ ਕਰਨਾ, ਉਹ ਜਿਹੜਾ ਸਟੇਟ ਆ ਉੱਥੇ ਦਾ ਰਾਜਪਾਲ ਔਰ ਦੋਨੇ ਮਤਲਬ ਚੀਫ ਜਸਟਿਸ ਆਫ ਇੰਡੀਆ, ਉਹਨਾਂ ਦੋਨਾਂ ਦੀ ਸਲਾਹ ਦੇ ਨਾਲ ਕੀ ਕਰੂਗਾ? ਉਹ ਹਾਈ ਕੋਰਟ ਦੇ ਜੱਜ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ। ਠੀਕ ਹੈ ਜੀ, ਇਹ ਪੁਆਇੰਟ ਵੀ ਤੁਸੀਂ ਯਾਦ ਰੱਖਿਓ। ਅਗਲਾ ਰਿਟ। ਹਾਂ, ਹਾਈ ਕੋਰਟ ਦੇ ਨਾਲ ਮੈਂ ਇੱਥੇ ਰਿਟ ਨੂੰ ਇੰਟਰਲਿੰਕਿੰਗ ਕੀਤਾ। ਦੇਖੋ ਰਿਟ ਦਾ ਮਤਲਬ ਕੀ ਹੁੰਦਾ? ਰਿਟ ਪਟੀਸ਼ਨ ਹੁੰਦੀ ਆ। ਰਿਟ ਪਟੀਸ਼ਨਾਂ ਕੀ ਨੇ? 5 ਪ੍ਰਕਾਰ ਦੀਆਂ ਨੇ, ਜਿਵੇਂ ਹੈਬੀਅਸ ਕਾਰਪਸ ਵਗੈਰਾ। ਚਲੋ ਇੰਗਲਿਸ਼ ਦੇ ਵਿੱਚ ਮੈਂ ਜ਼ਿਆਦਾ ਰਿਟਾਂ ਨੂੰ ਪੜ੍ਹਿਆ ਨਹੀਂ, ਵੈਸੇ ਮੈਂ ਜ਼ਿਆਦਾ ਹਿੰਦੀ ਦੇ ਵਿੱਚ ਪੜ੍ਹਿਆ, ਜਿਵੇਂ ਬੰਦੀ ਪ੍ਰਤੱਖੀਕਰਨ ਹੋ ਗਿਆ ਹੈ ਨਾ, ਜਾਂ ਕੁਝ ਹੋਰ ਵੀ ਪੇਸ਼ ਕਰੋ ਉਹਨੂੰ, ਕੁਝ ਐਵੇਂ ਕੁਝ 4-5 ਪ੍ਰਕਾਰ ਦੀਆਂ ਨੇ ਇਹ। ਠੀਕ ਆ। ਔਰ ਟੋਟਲ 5 ਪ੍ਰਕਾਰ ਦੀਆਂ ਨੇ, 4-5 ਕਹਤਾ ਮੈਂ, ਸੌਰੀ, 5 ਪ੍ਰਕਾਰ ਦੀਆਂ ਰਿਟ ਹੁੰਦੀਆਂ ਨੇ ਟੋਟਲ, ਯਾਦ ਰੱਖਿਓ। ਤੁਸੀਂ ਇਹ ਪੜ੍ਹਨੀਆਂ ਨੇ ਖੁਦ ਆਪਣਾ ਜਿਵੇਂ ਤਿਵੇਂ ਕਰਕੇ, ਇੰਟਰਨੈਟ ਤੋਂ ਉਹਦੀ ਹੈਲਪ ਲੈਣੀ ਆ। ਠੀਕ ਹੈ ਜੀ। ਔਰ ਉਸ ਤੋਂ ਬਾਅਦ ਕੀ ਆ? ਰਿਟ ਦੇ ਨਾਲ ਇੱਥੇ ਮੈਂ ਇੰਟਰਲਿੰਕ ਇਹਨੂੰ ਕੀ ਕਰ ਰਿਹਾ? ਹਾਈ ਕੋਰਟ ਨੂੰ ਇੰਟਰਲਿੰਕ ਦਾ ਕਰਨ ਦਾ ਮਤਲਬ ਕੀ ਆ? ਆਰਟੀਕਲ 226, ਜੋ ਆਰਟੀਕਲ 226 ਆ, ਉਹ ਕੀ ਆ ਜੀ? ਆਪਣਾ ਰਿਟ ਪਟੀਸ਼ਨ ਆਪਾਂ ਕੀ ਆ ਜਾਰੀ ਕਰ ਸਕਦੇ ਹਾਂ। ਔਰ ਮਤਲਬ ਹਾਈ ਕੋਰਟ ਦੇ ਰਾਹੀਂ। ਠੀਕ ਆ ਜੀ। ਔਰ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਕੀ ਆ? ਰਿਟ ਦੇ ਬਾਰੇ ਇੱਥੇ ਮੈਂ ਕੁਝ ਹੋਰ ਮੇਰੇ ਦਿਮਾਗ ਵਿੱਚ ਆ ਰਿਹਾ। ਹਾਂ, ਰਿਟ ਦੇ ਬਾਰੇ ਕੀ ਆ? ਜੋ 32 ਆਪਣਾ 32 ਆਰਟੀਕਲ ਦੇ ਵਿੱਚ ਕੀ ਆ? ਰਿਟਾਂ ਦਾ ਜ਼ਿਕਰ ਆ ਸਾਰਾ ਕੁਝ। ਔਰ ਜੋ ਆਰਟੀਕਲ 32 ਆ ਉਹਨੂੰ ਕੀ ਆ? ਸੰਵਿਧਾਨ ਦੀ ਆਤਮਾ ਵੀ ਕਿਹਾ ਜਾਂਦਾ। ਇੰਗਲਿਸ਼ ਦੇ ਵਿੱਚ ਰੀਮੇਡੀਜ਼ ਆਫ ਮਤਲਬ ਕੌਂਸਟੀਟਿਊਸ਼ਨ ਕਹਿੰਦੇ ਨੂੰ। ਮਹਾਤਮਾ ਗਾਂਧੀ, ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਇਹਨੂੰ ਕੀ ਆ? ਸੰਵਿਧਾਨ ਦੀ ਆਤਮਾ ਬੋਲਿਆ। ਆਤਮਾ ਦਿਲ ਵਗੈਰਾ ਕਹਿ ਸਕਦੇ ਆਪਾਂ। ਕੀ ਆ? ਆਰਟੀਕਲ 32। ਅੱਗੇ ਰਿਟ ਦਾ ਜ਼ਿਕਰ ਆਰਟੀਕਲ 32 ਵਿੱਚ ਦੱਸ ਦਿੱਤਾ। ਆਰਟੀਕਲ 214 ਤੋਂ 231 ਕੀ ਆ? ਹਾਈ ਕੋਰਟ ਦੇ ਜੋ ਵੀ ਜੱਜ ਵਗੈਰਾ, ਜੋ ਹਾਈ ਕੋਰਟ ਦੇ ਜਿੰਨਾ ਵੀ ਪ੍ਰੋਸੀਜਰ ਆ ਉਹਦੇ ਵਿੱਚ ਆਰਟੀਕਲ 214 ਤੋਂ 231 ਦੇ ਵਿੱਚ ਜ਼ਿਕਰ ਦਿੱਤਾ। ਭਾਰਤ ਦਾ ਪਹਿਲਾ ਹਾਈ ਕੋਰਟ। ਹਾਂ, ਭਾਰਤ ਦਾ ਪਹਿਲਾ ਹਾਈ ਕੋਰਟ ਕਿੱਥੇ ਆ? ਅਗਰ ਭਾਰਤ ਦਾ ਪਹਿਲਾ ਹਾਈ ਕੋਰਟ ਪੁੱਛਿਆ ਜਾਵੇ 1961, ਸ਼ਾਇਦ ਜਿੰਨਾ ਕਿ ਮੈਨੂੰ ਲੱਗਦਾ ਯਾਦ ਆ, ਉਹ ਹਾਈ ਕੋਰਟ ਇਹ ਜੋ ਬਣਿਆ 1961 ਦੇ ਵਿੱਚ ਬਣਿਆ। 3 ਹਾਈ ਕੋਰਟ ਬਣੇ ਸੀ ਉਸ ਟਾਈਮ। ਇਹਦੇ ਨਾਲ ਕੀ ਸੀ ਹੋਰ? ਮੈਂ ਇੱਕ ਤਰੀਕਾ ਯਾਦ ਕਰਦਾ, BMC ਮਸਾਲੇ ਵੀ ਆਉਂਦੇ ਨੇ। BMC ਦਾ ਮਤਲਬ ਬੰਬੇ, ਮਦਰਾਸ ਔਰ ਕੋਲਕਾਤਾ ਦਾ ਕੀ ਆ? ਨੰਬਰ 1 ਤੇ ਕੋਲਕਾਤਾ 1961 ਆ। ਔਰ ਮਦਰਾਸ ਪਿਛਲੇ PSSB ਦੇ ਕਲਰਕ ਦੇ ਵਿੱਚ ਪੁੱਛਿਆ ਗਿਆ ਸੀ ਕੁਐਸਚਨ, ਮਦਰਾਸ ਹਾਈ ਕੋਰਟ ਕਦੋਂ ਬਣਿਆ? ਸੋ ਦੇਖੋ ਕਿੰਨਾ ਈਜੀ ਕੁਐਸਚਨ ਸੀ ਵੈਸੇ ਨਾ ਉਹ, ਕਿਉਂਕਿ ਅਗਰ 1961 ਦਾ ਸਾਨੂੰ ਡੇਟ ਯਾਦ ਆ ਤਾਂ ਅਸੀਂ ਉਹਨੂੰ ਆਨਸਰ ਦੇ ਸਕਦੇ ਸੀ। 1961 ਦੇ ਵਿੱਚ ਕਲਕੱਤਾ, 1962 ਦੇ ਵਿੱਚ ਕੀ ਆ? ਮਦਰਾਸ। BMC ਬੰਬੇ, ਮਦਰਾਸ, ਕੋਲਕਾਤਾ। ਠੀਕ ਹੈ ਜੀ। ਔਰ ਸਭ ਤੋਂ ਪੁਰਾਣਾ ਕੀ ਆ? ਪਹਿਲਾ ਕੋਲਕਾਤਾ ਹੀ ਆ। ਉਸ ਤੋਂ ਬਾਅਦ ਰਾਸ਼ਟਰਪਤੀ ਦੀ ਵੀਟੋ ਸ਼ਕਤੀ ਕਿਸ ਆਰਟੀਕਲ ਵਿੱਚ ਹੈ? ਦੇਖੋ ਜੀ, ਨੰਬਰ 1 ਦੇ ਵਿੱਚ ਚਲੋ ਸਹੀ ਜਵਾਬ ਇਹਦਾ ਵੈਸੇ 111। ਠੀਕ ਹੈ, ਯਾਦ ਰੱਖਿਓ 111। ਮਤਲਬ ਹੱਥ ਖੜੇ ਕਰਤੇ ਉਹਨੇ ਤਿੰਨੇ ਵੀ, ਹਾਂ ਵੀ ਮੈਂ ਹੀ ਮੈਂ ਚੱਲਿਆ, ਵੀ ਮੈਨੂੰ ਕੋਈ ਨਹੀਂ ਰੋਕ ਨਹੀਂ ਸਕਦਾ। ਠੀਕ ਹੈ ਜੀ। ਰਾਸ਼ਟਰਪਤੀ ਕਹਿੰਦਾ ਵੀ ਹਾਂ ਮੈਂ ਹੀ ਆਪਣੀ ਪਾਵਰ ਦਿਖਾਊਂਗਾ, ਹੁਣ ਜਾ ਭੱਜ ਜਾ, ਜਿੱਥੇ ਜਾਣਾ ਉਂਗਲਾਂ ਕਰਕੇ ਕਹਤਾ ਜਾ ਲੰਘ ਜਾ ਇੱਥੋਂ, ਮੈਂ ਆਪਣੀ ਹੁਣ ਪਾਵਰ ਦਿਖਾਊਂਗਾ ਤੈਨੂੰ। ਠੀਕ ਹੈ ਜੀ। ਔਰ ਇਹ ਪਾਵਰ ਦਿਖਾਈ ਸੀ ਕਿਹਨੇ ਦਿਖਾਈ ਸੀ? ਇੱਕੋ ਰਾਸ਼ਟਰਪਤੀ ਸੀ ਇੰਡੀਆ ਦੇ ਵਿੱਚ ਜਿਹਨੇ ਹੁਣ ਤੱਕ ਦਿਖਾਈ ਆ, ਗਿਆਨੀ ਜੈਲ ਸਿੰਘ ਜੀ ਨੇ। ਗਿਆਨੀ ਜੈਲ ਸਿੰਘ ਭਾਰਤ ਦੇ 7ਵੇਂ ਰਾਸ਼ਟਰਪਤੀ ਹੋਏ ਨੇ, ਯਾਦ ਰੱਖਿਓ। ਪਹਿਲੇ ਕੌਣ ਨੇ? ਰਾਜਿੰਦਰ ਪ੍ਰਸਾਦ ਜੀ। ਦੂਜੇ ਕੌਣ ਨੇ? ਸਰਵਪੱਲੀ ਰਾਧਾ ਕ੍ਰਿਸ਼ਨ ਜੀ। ਤੀਜੇ ਕੌਣ ਨੇ? ਜ਼ਾਕਿਰ ਹੁਸੈਨ ਜੀ। ਔਰ ਜ਼ਾਕਿਰ ਹੁਸੈਨ ਜੀ ਬਾਰੇ ਮੈਂ ਇੱਥੇ ਦੱਸਣਾ ਚਾਹੁੰਦਾ, ਜਦੋਂ ਜ਼ਾਕਿਰ ਹੁਸੈਨ ਜੀ ਦੀ ਆਫਿਸ ਦੇ ਦੌਰਾਨ ਹੀ ਮੌਤ ਹੋ ਗਈ ਸੀ, ਤਾਂ ਸ਼ਾਇਦ ਨਾਮ ਵੈਂਕਟਗਿਰੀ, ਹਾਂ ਵੈਂਕਟਗਿਰੀ ਜੀ ਨੇ ਕੀ ਸੀ ਉਹਨਾਂ ਦਾ ਮਤਲਬ ਚਾਰਜ ਲਿਆ ਸੀ, ਉਪ ਰਾਸ਼ਟਰਪਤੀ ਸੀ ਉਹਨਾਂ ਨੇ ਪਹਿਲੀ ਵਾਰ ਮਤਲਬ ਕਿ ਉਹਦਾ ਆਪਣੇ ਰਾਸ਼ਟਰਪਤੀ ਦਾ ਚਾਰਜ ਲਿਆ ਸੀ। ਔਰ ਇੱਥੇ ਮੈਂ ਇੱਕ ਰਾਸ਼ਟਰਪਤੀ ਬਾਰੇ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਜੋ ਹਿਦਾਇਤੁੱਲਾ ਜੀ ਨੇ। ਹਿਦਾਇਤੁੱਲਾ ਜੀ ਉਹ ਉਸ ਟਾਈਮ ਇੱਕ ਚੀਫ ਜਸਟਿਸ ਸੀ। ਇੱਕ ਕੁਐਸਚਨ ਇਹ ਵੀ ਆਇਆ ਐਗਜ਼ਾਮ ਦੇ ਵਿੱਚ, ਹਿਦਾਇਤੁੱਲਾ ਕਿਹੜਾ ਮਤਲਬ ਭਾਰਤ ਦਾ ਚੀਫ ਜਸਟਿਸ ਆ ਉਹ, ਜਿਹਨੇ ਰਾਸ਼ਟਰਪਤੀ ਦਾ ਮਤਲਬ ਕਾਰਜਭਾਰ ਸੰਭਾਲ ਕੇ ਜਾਂ ਉਹਨੂੰ ਕੰਮ ਨੂੰ ਮਤਲਬ ਕਰਦੇ ਰਹੇ ਹੋ? ਤਾਂ ਇਹਦਾ ਸਹੀ ਜਵਾਬ ਆ ਹਿਦਾਇਤੁੱਲਾ ਜੀ। ਠੀਕ ਹੈ ਜੀ। ਹਿਦਾਇਤੁੱਲਾ ਜੀ ਕੋਈ ਸੀ ਜਿਹੜੇ ਉਸ ਟਾਈਮ ਚੀਫ ਜਸਟਿਸ ਵੀ ਸੀ, ਔਰ ਉਹਨਾਂ ਨੇ ਕੀ ਕੀਤਾ? ਰਾਸ਼ਟਰਪਤੀ ਦਾ ਕੰਮ ਵੀ ਸੰਭਾਲਿਆ। ਔਰ ਇਹ ਮਤਲਬ ਸੰਵਿਧਾਨ ਦੇ ਵਿੱਚ ਵੀ ਲਿਖਿਆ ਹੋਇਆ, ਤੁਸੀਂ ਕੀ ਆ
ਜੋ ਆਪਣਾ ਚੀਫ ਜਸਟਿਸ ਹੁੰਦਾ ਉਹ ਕੀ ਆ, ਅਗਰ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਮੌਜੂਦ ਨਹੀਂ ਹਨ ਤਾਂ ਉਹ ਉਹਨਾਂ ਦਾ ਕੰਮ ਦੀ ਦੇਖ ਰੇਖ ਕਰ ਸਕਦਾ ਹੈ। ਠੀਕ ਹੈ ਜੀ। ਚਲੋ ਆਰਟੀਕਲ 111 ਇੱਥੇ ਦੱਸਤਾ ਆਪਾਂ, ਵੀਟੋ ਸ਼ਕਤੀ ਬਾਰੇ ਗਿਆਨੀ ਜੈਲ ਸਿੰਘ ਜੀ ਦੱਸਤਾ ਤੁਹਾਨੂੰ ਮੈਂ। ਔਰ ਉਸ ਤੋਂ ਬਾਅਦ ਅੱਗੇ ਆ ਗਿਆ 110 ਆਰਟੀਕਲ, ਜੋ 110 ਆ ਮਨੀ ਬਿੱਲ। ਮਨੀ ਬਿੱਲ ਦੇ ਬਾਰੇ ਥੋੜ੍ਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇੱਥੇ ਦੇਖੋ ਮਨੀ ਬਿੱਲ ਦੇ ਵਿੱਚ ਕੀ ਹੁੰਦਾ ਜੀ, ਜੋ ਮਨੀ ਬਿੱਲ ਆ ਉਹਦੇ ਵਿੱਚ ਲੋਕ ਸਭਾ ਦੇ ਵਿੱਚ ਹੀ ਇਹਨੂੰ ਪੇਸ਼ ਕੀਤਾ ਜਾ ਸਕਦਾ। ਸੋ ਯਾਦ ਰੱਖਿਓ, ਮਨੀ ਬਿੱਲ ਨੂੰ ਸਿਰਫ ਦੇ ਸਿਰਫ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾ ਸਕਦਾ, ਰਾਜ ਸਭਾ ਦੇ ਵਿੱਚ ਮਨੀ ਬਿੱਲ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ। ਠੀਕ ਹੈ ਜੀ, ਇੱਕ ਚੀਜ਼। ਔਰ ਲੋਕ ਆਪਣਾ ਮਨੀ ਬਿੱਲ ਨੂੰ ਸਿਰਫ ਮੰਤਰੀ ਹੀ ਪੇਸ਼ ਕਰ ਸਕਦਾ, ਕੋਈ ਹੋਰ ਨਹੀਂ ਪੇਸ਼ ਕਰ ਸਕਦਾ। 2 ਪੁਆਇੰਟ। ਔਰ ਮਨੀ ਬਿੱਲ ਆਪਣਾ ਆ ਗਿਆ ਧਨ ਵਿਧੇਇਕ, ਹਿੰਦੀ ਦੇ ਵਿੱਚ ਬੋਲਦੇ ਇਹਨੂੰ। ਔਰ ਇਹਨੂੰ ਕੀ ਕਰਦੇ ਨੇ, ਮਨੀ ਬਿੱਲ ਨੂੰ ਸਿਰਫ ਪਰਮਿਸ਼ਨ ਕੌਣ ਦਿੰਦਾ ਵੀ ਇਹ ਮਨੀ ਬਿੱਲ ਹੈ ਜਾਂ ਨਹੀਂ, ਲੋਕ ਸਭਾ ਦਾ ਸਪੀਕਰ। ਠੀਕ ਹੈ ਜੀ। 3 ਪੁਆਇੰਟ ਹੋ ਗਏ। ਆਰਟੀਕਲ 110 ਯਾਦ ਰੱਖਿਓ। 111 ਰਾਸ਼ਟਰਪਤੀ ਦੀ ਵੀਟੋ ਸ਼ਕਤੀ ਹੋ ਗਿਆ। 112 ਆਰਟੀਕਲ 112 ਹਾਂ AFS ਆ ਗਿਆ ਆਪਣਾ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਥੋੜ੍ਹਾ ਦਿਮਾਗ 'ਚੋਂ ਨਿਕਲ ਗਿਆ ਸੀ ਮੇਰੇ। ਦੇਖੋ AFS ਦੇ ਵਿੱਚ ਕੀ ਆ, ਭਾਰਤ ਦਾ ਸੰਵਿਧਾਨ ਆ ਉਹਦੇ ਵਿੱਚ ਕੀ ਆ, ਬਜਟ ਸ਼ਬਦ ਦਾ ਉਲੇਖ ਨਹੀਂ ਹੈ। ਮੈਂ ਕਈ ਵਾਰ ਵੀ ਇਹਦੇ ਰਿਪੀਟ ਕਰਦਾ ਰਹਿਣਾ ਕਿਉਂਕਿ ਕੁਐਸਚਨ ਐਵੇਂ ਪੁੱਛ ਲੈਂਦੇ ਨੇ ਅਕਸਰ, ਹੈ ਨਾ। ਜੋ ਬਜਟ ਸ਼ਬਦ ਆ ਉਹ ਕਿਤੇ ਵੀ ਹੋਣੀ ਹੈ ਵਾਰਸ਼ਿਕ ਵਿੱਤੀ ਵਿਵਰਣ ਇਹ ਲਿਖਿਆ ਗਿਆ ਜਾਂ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਲਿਖਿਆ ਗਿਆ। ਠੀਕ ਹੈ ਜੀ। ਆਰਟੀਕਲ 112 ਇਹਦੇ ਬਾਰੇ ਚਲੋ ਹੋਰ ਜ਼ਿਆਦਾ ਡੀਪਲੀ ਆਪਾਂ ਨੂੰ ਕੁਛ ਪੜ੍ਹਨ ਦੀ ਲੋੜ ਵੀ ਨਹੀਂ ਨਾ। ਠੀਕ ਹੈ ਜੀ। ਤੁਸੀਂ ਬਾਕੀ ਖੁਦ ਆਪਣਾ ਦੇਖ ਸਕਦੇ ਹੋ ਇਹਦੇ ਬਾਰੇ। ਔਰ ਅੱਗੇ ਆ ਗਿਆ ਆਪਣਾ ਆਰਟੀਕਲ 76 ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ 2-3 ਵਾਰ। ਆਪਣਾ 76 ਦੇ ਵਿੱਚ ਕੀ ਹੈ ਜੀ, ਅਟਾਰਨੀ ਜਨਰਲ ਆ ਗਿਆ ਆਪਣਾ, ਭਾਰਤ ਦਾ ਸਭ ਤੋਂ ਜੋ ਵੱਡਾ ਕਾਨੂੰਨ ਅਧਿਕਾਰੀ ਹੁੰਦਾ। ਔਰ ਜੋ ਆਪਣਾ ਰਾਜ ਦਾ ਵੱਡਾ ਅਧਿਕਾਰੀ ਹੁੰਦਾ, ਮੈਂ ਤੁਹਾਨੂੰ ਦੱਸਿਆ ਉਹਦੇ ਬਾਰੇ, ਉਹ ਆ ਗਿਆ ਆਪਣਾ ਐਡਵੋਕੇਟ ਜਨਰਲ। ਠੀਕ ਹੈ ਜੀ। ਚਲੋ ਅੱਗੇ ਦੇਖਦੇ ਹਾਂ ਆਪਾਂ। ਅਗਲਾ ਕੁਐਸਚਨ ਹੈ ਪਹਿਲੀ 5 ਸਾਲਾ ਯੋਜਨਾ। ਸ਼ਾਇਦ ਇਹ ਲਾਸਟ ਕੁਐਸਚਨ ਹੈ, ਔਰ ਲਾਸਟ ਕੁਐਸਚਨ ਨੂੰ ਤੁਸੀਂ ਧਿਆਨ ਨਾਲ ਦੇਖਿਓ, ਬਿਲਕੁਲ ਕਾਫੀ ਕੁਝ ਇਹਦੇ 'ਚ ਤੁਹਾਨੂੰ ਨਵਾਂ ਸਿੱਖਣ ਨੂੰ ਮਿਲੂਗਾ। ਜੋ ਪਹਿਲੀ 5 ਸਾਲਾ ਯੋਜਨਾ ਕਦੋਂ ਸ਼ੁਰੂ ਕੀਤੀ ਗਈ ਸੀ, ਜੋ ਪਹਿਲੀ ਦੇਖੋ 1950 ਦੇ ਵਿੱਚ ਕੀ ਅਸੀਂ ਸੰਵਿਧਾਨ ਬਣਾ ਲਿਆ ਸੀ। ਤਾਂ ਹੁਣ ਸੰਵਿਧਾਨ ਬਣਾ ਲਿਆ ਤਾਂ ਫਿਰ ਦੇਖਿਆ ਵੀ ਹੁਣ ਅਸੀਂ ਕੀ ਕਰੀਏ, ਕਿਵੇਂ ਇਹਨੂੰ ਚਲਾਈਏ। ਇੰਨੀ ਗਰੀਬੀ ਆ, ਇੰਨੀ ਭੁੱਖਮਰੀ, ਬਹੁਤ ਮਤਲਬ ਪ੍ਰੋਬਲਮ ਸੀ ਇੰਡੀਆ ਦੇ ਵਿੱਚ, ਤੁਹਾਨੂੰ ਪਤਾ ਹੀ ਆ। ਸਾਰਾ ਜੋ ਪੈਸਾ ਵਗੈਰਾ ਸੀ ਉਹ ਆਪਣਾ ਉਹ ਅੰਗਰੇਜ਼ ਵਗੈਰਾ ਲੁੱਟ ਕੇ ਲੈ ਗਏ ਸੀ। ਸੋ ਉਹਦੇ ਕਾਰਨ ਫਿਰ ਇਹਨਾਂ ਨੇ ਕੀ ਕੀਤਾ, ਸੋਚਿਆ 5 ਸਾਲਾ ਪਲਾਨ ਇਹਨਾਂ ਨੇ ਪਹਿਲਾਂ ਬਣਾਇਆ। ਤਾਂ ਸ਼ਾਇਦ ਨਾਮ ਨਹੀਂ ਮੇਰੇ ਦਿਮਾਗ ਦੇ ਵਿੱਚ ਆ ਰਿਹਾ। ਇੱਕ ਹੈ ਸੀ ਕੋਈ ਪ੍ਰਸਿੱਧ ਬੰਦੇ ਨੇ, ਉਹਨੇ ਬੋਲਿਆ ਸੀ ਕਿ ਸਾਨੂੰ ਪਹਿਲੇ 10 ਸਾਲ ਦੇ ਵਿੱਚ ਕੀ ਸਲੋਅ ਕਰਨਾ ਚਾਹੀਦਾ, ਜੋ ਵੀ ਹੈ ਤਰੱਕੀ ਆਰਾਮ ਨਾਲ ਕਰਨਾ ਉਹ ਕਰਨਾ ਚਾਹੀਦਾ, ਜਲਦੀ ਨਹੀਂ ਕਰਨੀ ਚਾਹੀਦੀ। ਠੀਕ ਹੈ ਜੀ। ਚਲੋ 1951 ਤੋਂ 1956 ਦਾ ਟਾਈਮ ਯਾਦ ਰੱਖਿਓ। 1951 ਤੋਂ 56 ਤੁਸੀਂ ਹਰ ਸਾਲ ਅੱਗੇ 56 ਤੋਂ 61 ਤੋਂ 66 ਵਗੈਰਾ ਐਵੇਂ ਤੁਸੀਂ ਆਪਣਾ ਡੇਟਾ ਯਾਦ ਜੋੜੀ ਜਾਇਓ। 5 ਸਾਲ ਵਿੱਚ ਜਿੱਥੇ ਪ੍ਰੋਬਲਮ ਆਊਗੀ ਉਹ ਪੁਆਇੰਟ ਮੈਂ ਤੁਹਾਨੂੰ ਦੱਸੂਗਾ। ਚਲੋ ਅਗਲਾ ਪੁਆਇੰਟ ਸ਼ੁਰੂ ਕਰਦੇ। ਦੇਖੋ ਸਭ ਤੋਂ ਪਹਿਲਾਂ 5 ਸਾਲਾ ਯੋਜਨਾ ਜੋਸੇਫ ਸਟਾਲਿਨ USSR। ਠੀਕ ਹੈ ਜੀ। USSR ਦੇ ਵਿੱਚ ਉਹਨਾਂ ਨੇ ਜੋਸੇਫ ਸਟਾਲਿਨ ਨੇ ਸ਼ੁਰੂ ਕੀਤੀ। ਔਰ ਇੱਥੇ ਇੱਕ ਪੁਆਇੰਟ ਹੋਰ ਦੱਸਣਾ ਚਾਹੁੰਦਾ, ਇੰਡੀਆ ਅਤੇ ਚੀਨ ਦੇ ਵਿੱਚ ਸੇਮ ਜੋ FYP ਨੇ 5 ਈਅਰ ਪਲਾਨ ਨੇ ਉਹ ਸੇਮ ਚੱਲਦੇ ਨੇ। ਹਾਲ ਦੇ ਵਿੱਚ ਹੀ ਜੋ ਚਾਈਨਾ ਨੇ ਜੋ ਆਪਣਾ FYP ਸੀ ਉਹਦਾ ਨਾਮ ਬਦਲੀ ਕੀਤਾ ਹੈ। ਠੀਕ ਹੈ ਜੀ। ਇਹ ਵੀ ਦੇਖ ਲਿਓ। ਔਰ ਅੱਗੇ ਆ ਗਿਆ ਜੋ ਪਹਿਲਾ 5 ਸਾਲਾ ਪਲਾਨ ਸੀ, ਨੰਬਰ ਇੱਥੇ 1 ਲਿਖਦਾ ਰਹੂੰਗਾ, ਮਤਲਬ ਪਹਿਲਾ 5 ਸਾਲਾ ਪਲਾਨ। ਉਹਦੇ ਵਿੱਚ ਕੀ ਸੀ, ਇਹਨਾਂ ਨੇ ਸਭ ਤੋਂ ਜ਼ਿਆਦਾ ਖੇਤੀਬਾੜੀ 'ਤੇ ਜ਼ੋਰ ਦਿੱਤਾ ਸੀ ਕਿ ਜੋ ਵੀ ਸਾਡੇ ਇੱਥੇ ਭੁੱਖਮਰੀ ਆ, ਮਤਲਬ ਕੁਪੋਸ਼ਣ ਵਗੈਰਾ ਚੱਲ ਰਿਹਾ ਹੈ ਨਾ, ਆਮ ਲੋਕਾਂ ਨੂੰ ਮਤਲਬ ਕੀ ਆ ਵੀ ਖਾਣ ਨੂੰ ਰੋਟੀ ਮਿਲ ਸਕੇ। ਬਾਕੀ ਬਾਅਦ 'ਚ ਦੇਖਾਂਗੇ। ਠੀਕ ਹੈ। ਨੰਬਰ 1 'ਤੇ ਖੇਤੀ ਦੇ ਨਾਲ ਇਹਨਾਂ ਨੇ ਕੀ ਕੀਤਾ, ਭਾਖੜਾ ਨੰਗਲ ਨੂੰ ਜੋ ਮਤਲਬ ਕੰਮ ਚੱਲ ਰਿਹਾ ਸੀ ਹੈ ਨਾ, ਉਹਨਾਂ ਨੂੰ ਇਹਨੇ ਕੀ ਕੀਤਾ, ਭਾਖੜਾ ਦੀ ਤੁਹਾਨੂੰ ਲੰਬਾਈ ਵਗੈਰਾ ਦੀ ਪਤਾ ਹੋਣਾ ਚਾਹੀਦਾ, ਹਾਈਟ ਵਗੈਰਾ ਦਾ ਪਤਾ ਹੋਣਾ ਚਾਹੀਦਾ। ਸ਼ਾਇਦ 226 ਮੀਟਰ ਉਹਦੀ ਕੀ ਆ ਹਾਈਟ ਆ, ਭਾਖੜਾ ਨੰਗਲ ਡੈਮ ਦੀ 226 ਜਿੱਥੇ ਤੱਕ ਮੇਰੇ ਦਿਮਾਗ 'ਚ ਆ ਰਿਹਾ। ਔਰ 324 ਸ਼ਾਇਦ ਮੈਂ ਆਪਣੇ ਦੱਸਿਆ ਸੀ, ਆਪਣੇ ਜੋ ਇੱਥੇ ਕੋਪਰ ਕੀ ਜਗ੍ਹਾ ਦਾ ਨਾਮ ਆ ਮੋਹਾਲੀ ਫਤਿਹਪੁਰ 'ਚ 324 ਸੀ ਹੈ ਨਾ ਜੀ ਉਹਦਾ, ਅਤੇ ਭਾਖੜਾ ਦਾ 226 ਹੋ ਗਿਆ। ਔਰ ਹੀਰਾਕੁੰਡ ਜਾਂ ਹੀਰਾਕੁੰਡ ਆਪਾਂ ਬੋਲਦੇ ਹਾਂ। ਹੀਰਾਕੁੰਡ ਕੀ ਸਭ ਤੋਂ ਲੰਬਾ, ਅਗਰ ਭਾਰਤ ਦਾ ਸਭ ਤੋਂ ਲੰਬਾ ਡੈਮ ਪੁੱਛਿਆ ਜਾਵੇ ਤਾਂ ਹੀਰਾਕੁੰਡ ਡੈਮ ਆ, ਮਹਾਨਦੀ ਦੇ ਉੱਪਰ ਆ। ਮਹਾਨਦੀ ਕਿੱਥੇ ਆ, ਮਹਾਨਦੀ ਹੈ ਆਪਣੀ ਉੜੀਸਾ ਦੇ ਵਿੱਚ। ਠੀਕ ਹੈ ਜੀ। ਪੁਆਇੰਟ ਯਾਦ ਰੱਖਿਓ। ਦਮੋਦਰ ਘਾਟੀ ਕੀ ਆ, ਜੋ ਅਮਰੀਕਾ ਦੀ ਇੱਕ ਟੈਨਸੀ ਵੈਲੀ ਪਰਿਯੋਜਨਾ, ਸ਼ਾਇਦ ਬੱਚਿਆਂ ਨੇ ਪੜ੍ਹਿਆ ਵੀ ਹੋਣਾ, ਸ਼ਾਇਦ ਚਲੋ ਪਹਿਲੀ ਵਾਰ ਵੀ ਕੁਝ ਸੁਣ ਰਹੇ ਹੋਗੇ ਕੁਝ। ਇੱਕ ਟੈਨਸੀ ਯਾਦ ਰੱਖੋ, ਟੈਨਸੀ ਵੈਲੀ ਜੋ ਪਰਿਯੋਜਨਾ ਚੱਲਦੀ ਆ ਉਹ ਤੋਂ ਇਨ ਬਿਨ ਕਾਪੀ ਕਰਕੇ ਉਸ ਦੇ ਉੱਪਰ ਹੀ ਇਹਨਾਂ ਨੇ ਦਮੋਦਰ ਘਾਟੀ ਪਰਿਯੋਜਨਾ ਸ਼ੁਰੂ ਕੀਤੀ ਸੀ। ਭਾਰਤ ਦੀ ਪਹਿਲੀ ਅਗਰ ਮਲਟੀਪਰਪਜ਼ ਜਾਂ ਕੋਈ ਵੀ ਪਰਿਯੋਜਨਾ ਪੁੱਛੀ ਜਾਵੇ, ਮਤਲਬ ਦਮੋਦਰ ਘਾਟੀ ਭਾਰਤ ਦੀ ਪਹਿਲੀ ਪਰਿਯੋਜਨਾ ਹੀ ਆ। ਇਹ ਯਾਦ ਰੱਖਿਓ ਕਿਉਂਕਿ ਕਾਫੀ ਮਤਲਬ ਇੰਟਰਲਿੰਕਿੰਗ ਕਰਕੇ ਇੱਥੇ ਕੀ ਕਰਦੇ ਨੇ, ਕਈ ਪਰਿਯੋਜਨਾ ਇਕੱਠੀਆਂ ਹੋ ਜਾਂਦੀਆਂ ਨੇ। ਠੀਕ ਹੈ ਜੀ।
ਔਰ ਉਸ ਤੋਂ ਬਾਅਦ ਦਮੋਦਰ ਘਾਟੀ ਕਿੱਥੇ ਪੈਂਦੀ ਆ? ਝਾਰਖੰਡ ਦੇ ਵਿੱਚ ਇਹ ਆਪਣਾ ਕੀ ਆ, ਜਿਵੇਂ ਵੈਸਟ ਬੰਗਾਲ ਹੋ ਗਿਆ ਆਪਣਾ ਔਰ ਬਿਹਾਰ ਵਗੈਰਾ, ਕੁਛ ਇਹਨਾਂ ਦੇ ਬਾਰਡਰ ਦੇ ਉੱਪਰ ਇਹ ਪੈਂਦੀ ਆ, ਠੀਕ ਹੈ ਜੀ, ਦਮੋਦਰ ਘਾਟੀ ਪਰਿਯੋਜਨਾ। ਔਰ ਉਸ ਤੋਂ ਬਾਅਦ ਪਹਿਲਾ ਜੋ ਆਪਣਾ 5 ਈਅਰ ਪਲਾਨ ਸੀ ਉਹ ਕੀ ਆ? ਹੈਰਡ ਡੋਮਰ ਮਾਡਲ ਤੇ ਆਧਾਰਿਤ ਸੀ, ਯਾਦ ਰੱਖਿਓ, ਹੈਰਡ ਡੋਮਰ, ਠੀਕ ਹੈ ਜੀ। ਹਰੇ ਮਤਲਬ ਯਾਦ ਕਰ ਲਿਓ, ਪਹਿਲੇ ਉਹਦਾ ਜਦੋਂ ਅਸੀਂ ਕੀ ਕੀਤਾ, ਹਰੇ ਹਰੇ ਕਰਤਾ, ਜਦੋਂ ਅਸੀਂ ਮਤਲਬ 5 ਈਅਰ ਪਲਾਨ ਸ਼ੁਰੂ ਕੀਤਾ, ਹਰੇ ਯਾਦ ਕਰ ਲਿਓ, ਹਰੇ ਹਰੇ ਸ਼ੁਰੂ ਕਰਤਾ, ਹਰੀ ਦਾ ਨਾਮ ਜਿਵੇਂ ਮਰਜ਼ੀ ਆਪਣਾ ਤਰੀਕਾ। ਨੰਬਰ 2 ਦੇ ਉੱਪਰ ਦੂਜਾ ਜੋ 5 ਈਅਰ ਪਲਾਨ ਸੀ 56 ਤੱਕ ਹੋ ਗਿਆ, 56 ਤੋਂ ਆਪਾਂ ਕੀ ਕਰਾਂਗੇ, 56 ਤੋਂ 61 ਕਰ ਲੈਣੇ ਆਪਾਂ, ਅਗਲੀ ਡੇਟ 5 ਸਾਲ ਜੋੜ ਦਿੰਦੇ ਆ, ਹੋ ਸਕਦਾ ਥੋੜ੍ਹਾ ਬਹੁਤਾ ਇੱਧਰ ਹੋਵੇ, 56 ਤੋਂ 61 ਹੋਊਗੀ ਮੇਰੇ ਖਿਆਲ 'ਚ। ਉਦਯੋਗ, ਦੂਜੀ ਵਾਰ ਇਹਨਾਂ ਨੇ ਕੀਤਾ ਉਦਯੋਗ। ਨਾਇਬ ਤਹਿਸੀਲਦਾਰ ਦੇ ਵਿੱਚ ਇੱਥੋਂ ਇੱਕ ਕੁਐਸਚਨ ਪੁੱਛਿਆ ਗਿਆ ਸੀ, ਸੋ ਦੂਜਾ ਪੁਆਇੰਟ ਮੋਸਟ ਇੰਪੋਰਟੈਂਟ ਆ, ਸੋ ਦੇਖ ਲਿਓ ਧਿਆਨ ਨਾਲ, ਤੁਸੀਂ ਨੋਟਸ ਬਣਾਏ ਤਾਂ ਤੁਸੀਂ ਇਹਨੂੰ ਸਕਿਪ ਕਰ ਨਹੀਂ ਸਕਦੇ, ਠੀਕ ਹੈ ਜੀ। ਦੇਖੋ ਉਦਯੋਗਾਂ ਦੇ ਵਿੱਚ ਕੀ ਕੀਤਾ ਸੀ ਇਹਨਾਂ ਨੇ ਉਸ ਟਾਈਮ, ਇੱਕ ਦੁਰਗਾਪੁਰ ਦਾ ਮਤਲਬ ਕੀ ਹੈ? ਦੇਖੋ ਸਭ ਤੋਂ ਜ਼ਿਆਦਾ ਦੁਰਗਾ ਪੂਜਾ ਕੀਤੀ ਜਾਂਦੀ ਹੈ ਵੈਸਟ ਬੰਗਾਲ ਦੇ ਵਿੱਚ, ਯਾਦ ਕਰਨ ਦਾ ਤਰੀਕਾ, ਵੈਸਟ ਬੰਗਾਲ ਦੇ ਵਿੱਚ ਦੁਰਗਾ ਪੂਜਾ ਕੀਤੀ ਜਾਂਦੀ ਆ, ਸੋ ਯਾਦ ਕਰਨ ਦਾ ਤਰੀਕਾ ਦੇਖ ਲਓ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਦੁਰਗਾ ਪੂਜਾ ਕੀਤੀ ਜਾਂਦੀ ਹੈ, ਮਤਲਬ ਲੰਗਰ ਵਗੈਰਾ ਲੱਗਦੇ ਨੇ, ਤਾਂ ਆਪਾਂ ਉੱਥੇ ਬਰਤਨ ਵਗੈਰਾ ਮਤਲਬ ਕਾਫੀ ਉਹਨਾਂ ਨੂੰ ਚਲੋ ਸੇਵਾ ਕਰਦੇ ਨੇ, ਦੁਰਗਾ ਪੂਜਾ ਦੇ ਟਾਈਮ ਮਤਲਬ ਲੰਗਰ ਵਗੈਰਾ ਕਰਦੇ ਨੇ, ਉੱਥੇ ਬਰਤਨਾਂ ਦੀ ਸੇਵਾ ਕਰਦੇ ਨੇ। ਦੁਰਗਾਪੁਰ ਵੈਸਟ ਬੰਗਾਲ ਦੇ ਵਿੱਚ ਆ ਪਲਾਂਟ, ਠੀਕ ਹੈ, ਕਿ ਸਟੀਲ ਪਲਾਂਟ, ਔਰ ਇਹ ਕਿਹਦੀ ਹੈਲਪ ਨਾਲ ਬਣਾਇਆ ਗਿਆ? BRTN ਮਤਲਬ ਬ੍ਰਿਟੇਨ ਦੀ ਹੈਲਪ ਨਾਲ, ਠੀਕ ਆ। ਦੁਰਗਾਪੁਰ ਵੈਸਟ ਬੰਗਾਲ ਦੇ ਵਿੱਚ ਬ੍ਰਿਟੇਨ ਦੀ ਮਦਦ ਨਾਲ ਬਣਾਇਆ ਗਿਆ ਉਦਯੋਗ ਉਸ ਟਾਈਮ 1956 ਮਤਲਬ 1960 ਦੇ ਟਾਈਮ ਦੇ ਵਿੱਚ, ਠੀਕ ਹੈ ਜੀ, 56 ਤੋਂ 61 ਦੇ ਦੂਜੇ 5 ਈਅਰ ਪਲਾਨ ਦੇ ਟਾਈਮ 'ਚ। ਔਰ ਦੂਜਾ ਪਲਾਨ ਕਿਹੜਾ ਸੀ? ਬਿਲਾਈ ਬੋਲਦੇ ਜਾਂ ਭਲਾਈ ਕੀ ਆ? ਛੱਤੀਸਗੜ੍ਹ, ਇੱਥੇ ਮੈਂ ਲਿਖਿਆ 36 ਮਤਲਬ ਛੱਤੀਸਗੜ੍ਹ ਦੇ ਵਿੱਚ ਜਿਹੜਾ ਬਣਿਆ ਸੀ, ਇਹ ਬਣਿਆ USSR ਦੀ ਹੈਲਪ ਦੇ ਨਾਲ, ਯਾਦ ਰੱਖਿਓ। ਭਲਾਈ ਜਿਹੜਾ ਸਟੀਲ ਪਲਾਂਟ ਆ, ਇਹ ਛੱਤੀਸਗੜ੍ਹ ਦੇ ਵਿੱਚ USSR ਦੇ ਹੈਲਪ ਨਾਲ ਬਣਿਆ ਗਿਆ। ਉਸ ਤੋਂ ਬਾਅਦ ਆ ਗਿਆ ਨੰਬਰ 3 ਪਲਾਂਟ, ਰਾਊਰਕੇਲਾ ਕੀ ਆ? ਰਾਊਰਕੇਲਾ ਹੈ ਆਪਣਾ ਉੜੀਸਾ ਦੇ ਵਿੱਚ ਕੀ ਆ? ਇਹ ਬਣਾਇਆ ਗਿਆ ਜਰਮਨੀ ਦੀ ਹੈਲਪ ਨਾਲ, ਠੀਕ ਹੈ ਜੀ। 3 ਤੁਸੀਂ ਯਾਦ ਰੱਖਿਓ। ਹਾਂ, ਇੱਕ ਕੁਐਸਚਨ ਇਹ ਵੀ ਪੁੱਛਿਆ ਗਿਆ 1-2 ਐਗਜ਼ਾਮ ਦੇ ਵਿੱਚ ਮੈਂ ਦੇਖਿਆ ਕਿ ਦੂਜੇ 5 ਈਅਰ ਦੇ ਪਲਾਨ ਕੀ ਐਗਜ਼ਾਮੀਨਰ ਕੀ ਕਰਦਾ ਨਾ, ਐਗਜ਼ਾਮੀਨਰ ਆਪਾਂ ਨੂੰ ਯਾਦ ਹੁੰਦਾ, 1-2 ਆਪਾਂ ਯਾਦ ਰੱਖ ਲਿਆ, ਠੀਕ ਆ, ਬਟ ਐਗਜ਼ਾਮੀਨਰ ਥੋੜ੍ਹਾ ਜਿਹਾ ਅਲੱਗ ਕੁਐਸਚਨ ਪੁੱਛਦਾ ਕਿ ਕਿਹੜਾ ਨਹੀਂ ਬਣਾਇਆ ਗਿਆ, ਤਾਂ ਬੋਕਾਰੋ ਆ ਜਿਹੜਾ ਨਾ, ਬੋਕਾਰੋ ਉਹ ਦੂਜੇ 5 ਈਅਰ ਦੇ ਟਾਈਮ 'ਚ ਨਹੀਂ ਬਣਾਇਆ ਗਿਆ, ਯਾਦ ਰੱਖਿਓ, ਬੋਕਾਰੋ ਨਹੀਂ ਬਣਾਇਆ ਗਿਆ, ਠੀਕ ਹੈ। ਇਹ 3 ਬਣਾਏ ਗਏ ਨੇ, ਵੈਸੇ ਟੋਟਲ 5 ਸੀ। ਉਸ ਤੋਂ ਬਾਅਦ ਇਹਦਾ ਜੋ ਦੂਜਾ 5 ਈਅਰ ਪਲਾਨ ਆ, ਇਹਦਾ ਨਾਮ ਕੀ ਆ? PC ਮਹਾਲਨੋਬਿਸ ਕੌਣ ਨੇ? ਪ੍ਰਸ਼ਾਂਤ ਚੰਦਰ ਨਾਮ ਸ਼ਾਇਦ ਇਹਨਾਂ ਦਾ, ਇਹ ਪ੍ਰਸ਼ਾਂਤ ਚੰਦਰ ਜਾਂ ਚੰਦ ਮਹਾਲਨੋਬਿਸ। ਇਹ ਕੀ ਨੇ? ਭਾਰਤ ਦੇ ਜਿਹੜੇ ਸੰਖਿਆਕੀ ਵਿਭਾਗ ਹੁੰਦਾ, ਸੰਖਿਆਕੀ ਸਟੈਟਿਸਟੀਕਲ ਆਪਣੀ ਉਹ ਹੁੰਦੀ ਹੈ ਨਾ, ਆਪਣੀ ਜਨਗਣਨਾ ਆਪਾਂ ਕਰਦੇ ਕਿਸੇ ਪ੍ਰਕਾਰ ਦੇ ਮਤਲਬ ਅੰਕੜੇ ਵਗੈਰਾ ਆਪਾਂ ਉਹ ਕਰਦੇ ਹਾਂ, ਉਹਦੇ ਫਾਦਰ ਮੰਨੇ ਗਏ ਨੇ ਭਾਰਤ ਦੇ ਵਿੱਚ PC ਮਹਾਲਨੋਬਿਸ। ਔਰ ਇਹਦਾ ਦੂਜੇ ਦਾ ਜਿਹੜਾ ਆਪਣਾ 5 ਈਅਰ ਪਲਾਨ ਸੀ, ਇਹ ਇਸੇ ਪਲਾਨ ਦੇ ਉੱਪਰ ਉਹ ਸੀ, ਆਧਾਰਿਤ ਸੀ, ਠੀਕ ਹੈ। PC ਮਹਾਲਨੋਬਿਸ ਯਾਦ ਰੱਖਿਓ, ਪਹਿਲਾ ਹੈਰਡ ਡੋਮਰ, ਦੂਜਾ PC ਮਹਾਲਨੋਬਿਸ। ਔਰ ਤੀਜਾ ਇੱਥੇ ਦੇਖਦੇ ਆਪਾਂ, ਤੀਜਾ ਆ ਗਿਆ। ਤੀਜੀ ਦੇ ਵਿੱਚ ਕੀ ਕੀਤਾ ਸੀ ਇਹਨਾਂ ਨੇ? ਆਪਣੀ ਹਰੀ ਕ੍ਰਾਂਤੀ ਦਾ ਟਾਈਮ ਆ ਗਿਆ ਸੀ ਉਸ ਟਾਈਮ, ਠੀਕ ਹੈ ਜੀ। ਇਹ ਹਰੀ ਕ੍ਰਾਂਤੀ ਦਾ ਟਾਈਮ ਆ ਗਿਆ, 61 ਤੱਕ ਲੰਘ ਗਿਆ ਸੀ, 61 ਤੋਂ ਅੱਗੇ ਆ ਗਿਆ 66, 61 ਤੋਂ 66 ਦਾ ਟਾਈਮ ਆਪਾਂ ਨੂੰ ਪਤਾ ਇੰਡੀਆ ਦੇ ਵਿੱਚ ਕੀ ਸੀ? HYV ਹਾਈ ਈਲਡ ਵੈਰਾਈਟੀਜ਼ ਆ ਗਈਆਂ, ਠੀਕ ਆ। ਮੈਕਸੀਕੋ ਔਰ ਸ਼ਾਇਦ ਦੂਜਾ ਕੈਨੇਡਾ ਵਗੈਰਾ ਹੈ ਨਾ, ਉੱਥੇ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ, ਸ਼ਾਇਦ ਯਾਦ ਹੋਣਾ। ਮੈਕਸੀਕੋ ਤਾਂ ਕਨਫਰਮ ਉਹਦੇ 'ਚ, ਮੈਕਸੀਕੋ ਦੇ ਵਿੱਚ ਹੀ HYV ਸ਼ੁਰੂ ਹੋਇਆ ਸੀ ਨਾ, ਹਾਈ ਈਲਡ ਮਤਲਬ ਉਪਜ ਦੇਣ ਵਾਲੇ ਬੀਜ ਉਹਨਾਂ ਨੇ ਪੈਦਾ ਕੀਤੇ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਖੇਤੀ, ਮਤਲਬ ਕਣਕ ਵਗੈਰਾ ਜੋ ਪੰਚਾਇਤੀ ਚੋਣਾਂ ਸੀ, ਇਹਨਾਂ ਨੇ ਸਭ ਤੋਂ ਜੋ ਸੀ ਆਪਣੇ ਤੀਜੇ ਪਲਾਨ ਦੇ ਦੌਰਾਨ ਹੀ ਇਹਨਾਂ ਨੇ ਸ਼ੁਰੂ ਕੀਤੀਆਂ ਸੀ ਇਹ, ਠੀਕ ਹੈ ਜੀ। ਚਲੋ ਅੱਗੇ ਦੇਖਦੇ ਹਾਂ। ਹਾਂ, ਸਭ ਤੋਂ ਜ਼ਿਆਦਾ ਜ਼ਰੂਰੀ ਇੱਥੇ ਇੱਕ ਪੁਆਇੰਟ ਇਹੀ ਆ ਕਿ ਜੋ 67, 68, 69 ਦੇ ਵਿੱਚ ਕੋਈ ਵੀ ਪਲਾਨ ਨਹੀਂ ਹੋਇਆ ਸੀ, ਯੋਜਨਾ ਵਿਕਾਸ ਹੋਇਆ ਸੀ, ਠੀਕ ਹੈ ਜੀ। ਉਸ ਟਾਈਮ ਜੇ 5 ਈਅਰ ਪਲਾਨ ਇਸ ਟਾਈਮ ਕੋਈ ਨਹੀਂ ਹੋਇਆ ਸੀ, ਠੀਕ ਹੈ ਜੀ। ਵਿੱਚ ਇਹਨਾਂ ਨੇ ਐਨੂਅਲ ਪਲਾਨ ਸਟਾਰਟ ਕਰਤੇ ਸੀ, ਫਿਰ ਵਿੱਚ ਨੂੰ ਇਹਨਾਂ ਨੇ 1-2 ਵਾਰ ਇਹਨਾਂ ਨੇ 2 ਸਾਲ ਦਾ ਪਲਾਨ ਹੈਗਾ ਸੀ ਵਿੱਚ, ਚਲੋ ਆਪਾਂ ਦੱਸਦੇ ਅੱਗੇ। 67, 68, 69 ਦੇ ਵਿੱਚ ਕੀ ਆ, ਕੋਈ ਮਤਲਬ 5 ਸਾਲਾ ਪਲਾਨ ਨਹੀਂ ਚੱਲਿਆ ਸੀ। ਔਰ ਉਸ ਤੋਂ ਅੱਗੇ ਆ ਗਿਆ ਆਪਣਾ ਚੌਥਾ 5 ਸਾਲਾ ਜੋ ਪਲਾਨ ਆ, ਉਹਦਾ ਨਾਮ ਕੀ ਸੀ? ਗੌਡਗਿਲ ਮਾਡਲ ਆ ਗਿਆ, ਠੀਕ ਹੈ। ਔਰ ਇਸ ਟਾਈਮ ਦੇ ਵਿੱਚ ਕੀ ਆ, 69 ਆ ਗਿਆ ਸੀ। 69 ਦੇ ਵਿੱਚ ਦੇਖੋ, ਤੁਸੀਂ ਦੇਖਿਆ ਹੋਣਾ ਬੈਂਕਾਂ ਦਾ ਜੋ ਰਾਸ਼ਟਰੀਕਰਨ ਹੋਇਆ ਸੀ ਉਹ 1969 ਦੇ ਵਿੱਚ ਹੀ ਕਰੀਬ ਸ਼ੁਰੂ ਹੋਇਆ ਸੀ, ਠੀਕ ਹੈ ਜੀ। 14 ਸ਼ਾਇਦ ਬੈਂਕਾਂ ਸੀ ਉਸ ਟਾਈਮ ਜਿਹਨਾਂ ਦਾ ਰਾਸ਼ਟਰੀਕਰਨ ਇਹਨਾਂ ਨੇ ਕਰਤਾ ਸੀ, ਕਿਉਂਕਿ ਬੈਂਕਾਂ ਦਾ ਰਾਸ਼ਟਰੀਕਰਨ ਬਾਰੇ ਚਲੋ ਤੁਸੀਂ ਜ਼ਿਆਦਾ ਅਗਰ ਡੀਪਲੀ ਪੜ੍ਹਿਆ ਹੋਊਗਾ ਤਾਂ ਤੁਹਾਨੂੰ ਪਤਾ ਕਿ ਬੈਂਕਾਂ ਨੇ ਮਤਲਬ ਉਹਨਾਂ ਨੂੰ ਲੋਨ ਦੇਣ ਤੋਂ ਮਨਾ ਕਰਤਾ ਸੀ, ਤਾਂ ਕਰਕੇ ਤਾਂ ਫਿਰ ਰਾਤੋਂ ਰਾਤ ਸ਼ਾਇਦ ਇੰਦਰਾ ਗਾਂਧੀ ਜੀ ਸੀ ਉਸ ਟਾਈਮ, ਤਾਂ ਉਹਨਾਂ ਨੇ ਕੀ ਕੀਤਾ ਸੀ, ਮਤਲਬ ਕਾਫੀ ਕੁਝ ਕਰਕੇ ਕਿਸਾਨਾਂ ਨੂੰ ਮਤਲਬ ਲੋਨ ਦੇਣ ਦੇ ਚੱਕਰ ਦੇ ਵਿੱਚ ਬੈਂਕਾਂ ਦਾ ਰਾਸ਼ਟਰੀਕਰਨ, ਚਲੋ ਤੁਹਾਨੂੰ ਪਤਾ ਹੀ ਹੁਣ ਇਹਨਾਂ
ਅੱਗੇ ਆ ਗਿਆ ਆਪਣਾ ਨੰਬਰ 4 ਤੇ ਗੌਡਗਿਲ ਮਾਡਲ ਆ ਗਿਆ, ਬੈਂਕਾਂ ਦਾ ਰਾਸ਼ਟਰੀਕਰਨ ਆ ਗਿਆ। ਡੀਪੀਏਪੀ ਦਾ ਕੀ ਆ, ਜਿਵੇਂ ਕੋਈ ਸੁੱਕਾ ਵਗੈਰਾ ਪੈ ਜਾਂਦਾ, ਕਿਤੇ ਸੋਕਾ ਵਗੈਰਾ ਪੈ ਜਾਂਦਾ ਤਾਂ ਉਹਦੇ ਰਿਗਾਰਡਿੰਗ ਵੀ ਇਹ ਪਲਾਨ ਜਿਹੜੇ ਹੈਗੇ ਸੀ ਉਸ ਟਾਈਮ ਸ਼ੁਰੂ ਕੀਤੇ ਗਏ ਸੀ, ਠੀਕ ਹੈ ਜੀ। ਅੱਗੇ ਆ ਗਿਆ ਪੰਜਵੇਂ ਜਿਹੜਾ 5 ਈਅਰ ਪਲਾਨ ਦੇ ਉਹਦੇ ਵਿੱਚ ਕੀ ਸੀ, ਗਰੀਬੀ ਹਟਾਓ, ਗਰੀਬ ਨੂੰ ਹਟਾਓ ਨਹੀਂ ਗਰੀਬੀ ਹਟਾਓ, ਯਾਦ ਰੱਖਿਓ, ਠੀਕ ਆ, ਕਿਤੇ ਗਰੀਬ ਨੂੰ ਹਟਾਉਣ ਲੱਗ ਜਾਓ ਤੁਸੀਂ। ਚਲੋ ਅੱਗੇ ਆ ਗਿਆ ਰੋਲਿੰਗ ਪਲਾਨ ਚੱਲ ਗਿਆ ਸੀ, 5 ਸਾਲਾ ਪਲਾਨ 5 ਹੋ ਗਏ ਸੀ ਪੂਰੇ। ਫਿਰ ਅੱਗੇ ਆ ਗਿਆ ਰੋਲਿੰਗ ਪਲਾਨ ਜਿਵੇਂ 78 ਤੋਂ 80 ਦੇ ਵਿੱਚ, ਠੀਕ ਹੈ ਜੀ। 5-6 ਜ਼ਿਆਦਾ ਜ਼ਰੂਰੀ ਨੇ। 6ਵੇਂ ਦੇ ਵਿੱਚ, ਹਾਂ 6ਵੇਂ ਦੇ ਵਿੱਚ ਆ ਗਿਆ ਆਪਾਂ, ਇਹ ਆਪਾਂ ਹੁਣ ਦੇਖੋ ਤੁਸੀਂ ਇੰਟਰਲਿੰਕਿੰਗ ਕਰ ਲਿਆ ਕਰੋ ਥੋੜ੍ਹਾ ਜਿਹਾ, 78-80 ਨੂੰ ਯਾਦ ਕਰ ਲਓ ਔਰ 67-68-69 ਨੂੰ ਯਾਦ ਕਰ ਲਓ। ਇੱਥੇ ਇੱਕ ਮਿਸ ਸੀ, ਬਾਕੀ ਵਿੱਚ ਚੱਲਦੇ ਰਹੇ ਨੇ। ਪਹਿਲੇ ਦੇ ਵਿੱਚ ਖੇਤੀ, ਦੂਜੇ ਤੇ ਉਦਯੋਗ ਹੈਗਾ, ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈਗਾ। ਪਹਿਲੇ 'ਚ ਹੈਰਾਡੋਮਰ ਹੋ ਗਿਆ, ਦੂਜੇ ਪੀਸੀ ਆਪਣਾ ਕੌਣ ਆ ਗਿਆ ਦੇਖ ਲਓ, ਪੀਸੀ ਮਹਾਲ ਨੋਬਸ ਵਗੈਰਾ ਆ ਗਿਆ, ਯਾਦ ਕਰਨ ਦਾ ਸੌਖਾ ਤਰੀਕਾ। ਉਸ ਤੋਂ ਬਾਅਦ 6ਵੇਂ ਦੇ ਵਿੱਚ ਆ ਗਿਆ ਫੈਮਿਲੀ ਪਲੈਨਿੰਗ ਔਰ ਨਬਾਰਡ ਦਾ ਤੁਹਾਨੂੰ ਪਤਾ ਹੀ ਆ 1982 ਦੇ ਟਾਈਮ ਦੇ ਵਿੱਚ ਅਸੀਂ ਚੱਲ ਰਹੇ ਹਾਂ, ਠੀਕ ਹੈ ਜੀ। 6 ਇੱਥੇ ਮੈਂ ਦੱਸੇ ਨੇ, ਬਾਕੀ ਕੋਸ਼ਿਸ਼ ਕਰਿਓ ਤੁਸੀਂ ਜੋ ਵੀ ਆਪਣੇ 12 13 14 ਜਿੰਨੇ ਵੀ ਹੋਏ ਨੇ ਉਹ ਤੁਸੀਂ ਸਾਰੇ ਆਪਣਾ ਯਾਦ ਕਰਨ ਦੇ। ਚਲੋ ਓਕੇ, ਥੈਂਕ ਯੂ ਫॉर ਵਾਚਿੰਗ। ਤੇ ਕੋਈ ਗਲਤੀ ਫਲਤੀ ਹੋਈ ਤਾਂ ਸੌਰੀ ਉਹਦੇ ਲਈ, ਠੀਕ ਹੈ ਜੀ।